पास बैठिया सोहीਐ सभना दा बेसाहो। सतनाम श्री वाहेगुरु साहिब जी। श्लोक महला पहला। गौ ब्राह्मण को कर लावो, गोबर तरन न जाए। धोते टिक्का तै जप माले, धान मलेच्छां खाए। गौ ब्राह्मण को कर लावो, गोबर तरन न जाए। धोते टिक्का तै जप माले, धान मलेच्छां खाए। अंतर पूजा पढ़ै कतेबा, संजम तुर का पाए। छोड़े ले पाखंडा, नाम लै जाहे तरंदा। महला पहला। मानस खाने करह निवाज, छुरी वगायन तिन गल ताग। तिन घर ब्राह्मण पूरह नाद, उन्ना पे आव है ओई साद। कूड़ी रास कूड़ा व्यापार, कूड़ बोल कर है आहार। शर्म धर्म का डेरा दूर, नानक कूड़ रहया भरपूर। मत्था टिक्का तेड़ धोती कखाए, हाथ छुरे जगत का साए। नील वस्त्र पहर होवह परवान, मलेश तान ले पूज है पुराण। भाखिया का कुठा बकरा खाना, चौके ऊपर किसे न जाना। देख के चौका कड्डे कार, ऊपर आए बैठे कूड़ियार। मत पिटाए वे मत पिटाए, एहो अन्न साडा फिटै। तन फिटै फेड़ करे न, मन झूठै चूल्हे परे न। कहो नानक सच ध्याईऐ, सुच होवै तां सच पाईऐ। पौड़ी चित्तै अंदर सब को, वेख नदरे हेठ चलाएदा। आपे दे वडियाइयां, आपे ही कर्म कराएदा। वडो वडा वड मेदने, सिरे सिर धंधै लाएंदा। नदर उपट्ठी जे करे
ਸੁਲਤਾਨਾ ਕਾਹੋ ਕਰਾਇਂਦਾ ਦਰ ਮੰਗਨ ਭਿਖ ਨ ਪਾਇਂਦਾ ਨਦਰ ਉਪੱਠੇ ਸੁਲਤਾਨਾ ਕਾਹੋ ਕਰਾਇਂਦਾ ਦਰ ਮੰਗਨ ਭਿਖ ਨ ਪਾਇਂਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰਦੇਵ ਜਿਸ ਸੰਗ ਹਰਿ ਜਪੇ ਗੁਰ ਕਿਰਪਾਲ ਜਪੈ ਤਾਪ ਗੁਣ ਸਭ ਛਪੇ। ਕਰਨ ਕਾਰਣ ਕਿਰਪਾ ਨਿਧਾਨ ਪਤਿਤ ਪਾਵਨ ਭਗਤ ਵਛਲ ਅਨਾਥ ਨਾਥ ਜਗਤ ਗੁਰੂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਸਜ ਬੈਠੀ ਜੁੜ ਬੈਠੀ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ। ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ 'ਚ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀ ਧੁਰ ਕੀ ਬਾਣੀ ਅਕਾਲੀ ਬਾਣੀ ਸਰਬਾਸਾ ਪੂਰਨ ਕਰਨੇ ਵਾਲੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਭਾਵਨਾ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ। ਆਸਾ ਜੀ ਦੀ ਵਾਰ ਚੋਂ ਅੱਜ ਦਾ ਪਾਵਨ ਪਵਿੱਤਰ ਹੁਕਮਨਾਮਾ ਅੰਮ੍ਰਿਤ ਵੇਲੇ ਪ੍ਰਕਾਸ਼ ਸਮੇਂ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਆਸਾ ਜੀ ਦੀ ਵਾਰ ਦੇ ਪਵਿੱਤਰ ਕੀਰਤਨ ਵਿੱਚ ਗੁਰਬਾਣੀ ਵਿੱਚ ਸਮਾਜ ਵਿੱਚ ਫੈਲੀਆਂ ਹੋਈਆਂ ਕੁਰੀਤੀਆਂ ਦਾ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਨੇ ਪੁਰਜ਼ੋਰ ਖੰਡਨ ਕੀਤਾ। ਸਰਕਾਰੀ ਤੌਰ ਤੇ ਜਿਹੜੀਆਂ ਕੁਰੀਤੀਆਂ ਸਮਾਜ ਵਿੱਚ ਕਰਕੇ ਲੋਕਾਂ ਦੇ ਗਲੇ ਘੁੱਟੇ ਜਾਂਦੇ ਹਨ, ਖੂਨ ਨਿਚੋੜਿਆ ਜਾਂਦਾ ਹੈ, ਜਜੀਆ ਲਾ ਕੇ ਉਹਦਾ ਗੁਰਦੇਵ ਨੇ ਖੰਡਨ ਕੀਤਾ। ਗੁਰਬਾਣੀ ਜੋ ਪਾਤਸ਼ਾਹ ਨੇ ਉਚਾਰਨ ਕੀਤੀ ਹੈ ਇਹ ਤਰਈ ਕਾਲ ਸੱਤ ਹੈ। ਉਸ ਵੇਲੇ ਦੀਆਂ ਪਰਿਸਥਿਤੀਆਂ ਨੂੰ ਵੇਖ ਕੇ ਜੋ ਗੁਰਦੇਵ ਨੇ ਉਚਾਰਿਆ ਹੈ, ਹੁਣ ਕੋਈ ਸਵਾਲ ਕਰੇ ਵੀ ਉਹ ਪਰਿਸਥਿਤੀਆਂ ਜਦੋਂ ਉਸ ਵੇਲੇ ਸਨ ਉਹ ਤਾਂ ਬੀਤ ਗਈਆਂ ਗੁਜ਼ਰ ਗਈਆਂ, ਤੇ ਅੱਜ ਉਹ ਜੋ ਗੁਰਬਾਣੀ ਉਸ ਵੇਲੇ ਦੀਆਂ ਪਰਿਸਥਿਤੀਆਂ ਨੂੰ ਮੁੱਖ ਰੱਖਦਿਆਂ ਉਚਾਰਨ ਕੀਤੀ ਗਈ ਸੀ, ਅੱਜ ਫਿਰ ਉਹਦਾ ਕੋਈ ਅਰਥ ਨਹੀਂ ਰਹਿ ਜਾਂਦਾ। ਸਮਾਂ ਬੀਤਦਾ ਪਰ ਪਰਿਸਥਿਤੀਆਂ ਮੁੜ ਮੁੜ ਕੇ ਉਸੇ ਤਰ੍ਹਾਂ ਦੀਆਂ ਸਮਾਜ ਦੀਆਂ ਬਣਦੀਆਂ ਰਹਿੰਦੀਆਂ। ਜੋ ਉਸ ਵੇਲੇ ਬਾਬਰ ਆਉਂਦਾ ਹਮਲਾ ਕਰਕੇ, ਤੇ ਬਾਬਰ ਨੂੰ ਗੁਰਦੇਵ ਜਾਬਰ ਕਹਿੰਦੇ ਨੇ ਕਿ ਬਾਬਰ ਤੋਂ ਬਾਅਦ ਕੋਈ ਹਿੰਦੁਸਤਾਨ ਵਿੱਚ ਜਾਬਰ ਹੋਇਆ ਹੀ ਨਹੀਂ। ਯਾਨੀ ਕਿ ਜਾਬਰ ਤਾਂ ਫਿਰ ਵੀ ਰਹਿੰਦਾ, ਪਰ ਉਸ ਜਾਬਰ ਦੇ ਖਿਲਾਫ ਆਵਾਜ਼ ਬੁਲੰਦ ਉਦੋਂ ਵੀ ਸਾਹਿਬ ਨੇ ਕੀਤੀ, ਅੱਜ ਵੀ ਕਰ ਰਹੇ ਨੇ, ਅੱਗੇ ਵੀ ਕਰਦੇ ਰਹਿਣ। ਇਸ ਕਰਕੇ ਸਾਹਿਬ ਜੀ ਦੀ ਬਾਣੀ ਤਰਈ ਕਾਲ ਸੱਤ ਹੈ। ਕੁਝ ਕਵਿਤਾਵਾਂ, ਕੁਝ ਛੰਦ, ਕੁਝ ਪ੍ਰਸਥਿਤੀਆਂ ਨੂੰ ਮੁੱਖ ਕਰਕੇ ਕਵੀਸ਼ਰਾਂ ਵੱਲੋਂ ਗਾਇਨ ਕੀਤੇ ਜਾਂਦੇ ਨੇ। ਮੰਨ ਲਓ ਕਿ ਵਿਸ਼ਵ ਯੁੱਧ ਹੋਇਆ, ਵਿਸ਼ਵ ਯੁੱਧ ਦੇ ਦੌਰਾਨ ਉਸ ਵੇਲੇ ਬਹੁਤ ਸਾਰੇ ਕਵੀਆਂ ਨੇ ਬਹੁਤ ਸਾਰੀਆਂ ਕਵਿਤਾਵਾਂ ਉਸ ਵਿਸ਼ਵ ਯੁੱਧ ਦੇ ਦੌਰਾਨ ਸੂਰਮਿਆਂ ਦੇ ਉਤਸ਼ਾਹ ਲਈ ਜਾਂ ਉਹਨਾਂ ਨੂੰ ਜਿਹੜੇ ਸ਼ਹੀਦ ਹੋਏ ਉਹਨਾਂ ਨੂੰ ਸ਼ਰਧਾਂਜਲੀ ਲਈ ਗਾਇਨ ਕੀਤੀਆਂ। ਦੇਸ਼ ਦੀ ਵੰਡ ਸਮੇਂ ਉਸ ਵੇਲੇ ਦਾ ਜਿਹੜਾ ਮਾਹੌਲ ਸੀ, ਉਸ ਵੇਲੇ ਦੀਆਂ ਜਿਹੜੀਆਂ ਪਰਿਸਥਿਤੀਆਂ ਸਨ, ਉਹਨਾਂ ਨੂੰ ਵੇਖ ਕੇ ਕਵੀਆਂ ਨੇ ਉਸ ਵੇਲੇ ਦੇ ਸਾਰੇ ਸਮੇਂ ਨੂੰ ਆਪਣੀ ਕਵਿਤਾ ਵਿੱਚ ਕਲਮਬੰਦ ਕੀਤਾ। ਪਰ ਹੁਣ ਵਿਸ਼ਵ ਯੁੱਧ ਵੇਲੇ ਗਾਈਆਂ ਗਈਆਂ ਕਵਿਤਾਵਾਂ ਅੱਜ ਦੇ ਵਰਤਮਾਨ ਦੇ ਸਮੇਂ ਦੇ ਵਿੱਚ ਸਾਰਥਕ ਨਹੀਂ ਹਨ, ਕਿਉਂਕਿ ਉਹ ਪਰਿਸਥਿਤੀਆਂ ਅੱਜ ਨਹੀਂ ਹਨ ਜੋ ਵਿਸ਼ਵ ਯੁੱਧ ਦੇ ਸਮੇਂ ਸਨ।
ਦੇਸ਼ ਦੀ ਵੰਡ ਸਮੇਂ ਜੋ ਕਵਿਤਾਵਾਂ ਉਚਾਰਨ ਕੀਤੀਆਂ ਗਈਆਂ, ਉਸ ਵੇਲੇ ਜੋ ਪਰਿਸਥਿਤੀਆਂ ਸਨ ਉਹ ਅੱਜ ਨਹੀਂ। ਇਸ ਕਰਕੇ ਉਹ ਕਵਿਤਾਵਾਂ ਕੇਵਲ ਉਸ ਸਮੇਂ ਵਿੱਚ ਹੀ ਬੰਦ ਰਹਿ ਜਾਂਦੀਆਂ ਨੇ, ਉਹ ਅੱਗੇ ਜਾ ਕੇ ਅਗਵਾਈ ਨਹੀਂ ਕਰਦੀ। ਹਾਂ, ਉਸ ਇਤਿਹਾਸ ਨੂੰ ਚੇਤੇ ਕਰਨ ਲਈ, ਉਸ ਸਮੇਂ ਨੂੰ ਚੇਤੇ ਕਰਨ ਲਈ, ਸਿਮਰਤੀ ਲਈ, ਉਹਨਾਂ ਸ਼ਹੀਦਾਂ ਨੂੰ ਯਾਦ ਕਰਨ ਲਈ ਉਹ ਕਵਿਤਾਵਾਂ ਸ਼ਰਧਾਂਜਲੀ ਰੂਪ ਦੇ ਵਿੱਚ ਪੜ੍ਹੀਆਂ ਸੁਣੀਆਂ ਜਾ ਸਕਦੀਆਂ ਨੇ। ਪਰ ਉਹ ਸਾਦੇ ਹਰ ਸਮੇਂ ਦੇ ਵਿੱਚ ਉਹ ਕਵਿਤਾਵਾਂ ਅਗਵਾਈ ਨਹੀਂ ਕਰ ਸਕਦੀਆਂ। ਦੇਸ਼ ਦਾ ਵਿਭਾਜਨ ਹੋਇਆ ਉਸ ਵੇਲੇ ਜੋ ਕਵਿਤਾਵਾਂ ਕਹੀਆਂ ਜਾਂਦੀਆਂ ਨੇ, ਦੇਸ਼ ਦੇ ਵਿਭਾਜਨ ਤੇ ਕਹੀਆਂ ਜਾਂਦੀਆਂ ਨੇ। ਅੱਜ ਜੇ ਉਹ ਕਵਿਤਾਵਾਂ ਕਹੀਏ ਵੀ ਅੱਜ ਫੇਰ ਦੇਸ਼ ਦਾ ਵਿਭਾਜਨ ਹੋਵੇ, ਉਹ ਕਵਿਤਾਵਾਂ ਅੱਜ ਸਾਰਥਕ ਨਹੀਂ ਹਨ। ਪਰ ਗੁਰਬਾਣੀ ਜਿਹੜੀਆਂ ਪਰਿਸਥਿਤੀਆਂ ਦੇ ਸੰਬੰਧ ਵਿੱਚ ਮਹਾਰਾਜ ਜੀ ਨੇ ਉਚਾਰਨ ਕੀਤੀ ਹੈ, ਉਹ ਪਰਿਸਥਿਤੀਆਂ ਉਦੋਂ ਵੀ ਸਨ, ਅੱਜ ਵੀ ਨੇ, ਆਉਣ ਵਾਲੇ ਸਮੇਂ ਵਿੱਚ ਵੀ ਉਹ ਪਰਿਸਥਿਤੀਆਂ ਮੁੜ ਮੁੜ ਕੇ ਬਣਦੀਆਂ ਰਹਿੰਦੀਆਂ ਨੇ। ਬਾਬਰ ਜਾਬਰ ਬਣ ਕੇ ਉਦੋਂ ਵੀ ਜ਼ੁਲਮ ਕਰਦਾ ਸੀ। ਕਈ ਵਾਰ ਸਮੇਂ ਦੀਆਂ ਸਰਕਾਰਾਂ ਐਸੀਆਂ ਆਉਂਦੀਆਂ ਨੇ ਜਿਹੜੀਆਂ ਜਾਬਰ ਬਣ ਕੇ ਜ਼ੁਲਮ ਕਰਦੀਆਂ ਨੇ, ਤੇ ਉਹਨਾਂ ਦੇ ਖਿਲਾਫ ਆਵਾਜ਼ ਨੂੰ ਬੁਲੰਦ ਕਰਨਾ ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਸਿਖਾਇਆ। ਇਸ ਕਰਕੇ ਗੁਰਬਾਣੀ ਤਰਈ ਕਾਲ ਸਤ ਹੈ। ਤੋ ਜਗਤ ਗੁਰੂ ਪਾਤਸ਼ਾਹ ਜੀ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੇ ਵਿੱਚ ਅਨੇਕਾਂ ਸਮਾਜਿਕ ਕੁਰੀਤੀਆਂ ਜੋ ਸਮਾਜ ਵਿੱਚ ਫੈਲੀਆਂ ਹੋਈਆਂ ਨੇ, ਉਹਨਾਂ ਦਾ ਖੰਡਨ ਕੀਤਾ। ਆਓ ਕੁਝ ਸਮੇਂ ਲਈ ਸੁਰਤੀਆਂ ਬਿਰਤੀਆਂ ਨੂੰ ਇਕਾਗਰ ਕਰਕੇ ਗਰੀਬ ਨਵਾਜ ਸਾਹਿਬ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਨੂੰ ਆਪਾਂ ਸਾਰੇ ਰਲ ਮਿਲ ਕੇ ਵਿਚਾਰੀਏ। ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਸਮੂਹ ਮਾਈ ਭਾਈ ਉਚਾਰਨ ਕਰੋ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਇਹ ਪਵਿੱਤਰ ਅੰਮ੍ਰਿਤ ਸ਼ਲੋਕ ਪਹਿਲੇ ਪਾਤਸ਼ਾਹ ਆਦਿ ਗੁਰੂ ਜਗਤ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਸ੍ਰੀ ਸੁਲਤਾਨਪੁਰ ਸਾਹਿਬ ਦੀ ਧਰਤੀ ਦੇ ਉੱਤੇ ਬਹਿ ਕੇ ਉਚਾਰਨ ਕਰ ਰਹੇ ਹਨ। ਕਉ ਬ੍ਰਾਹਮਣ ਕਉ ਕਰ ਲਾਭ ਹੋ, ਗੋਬਰ ਤਰਨ ਨ ਜਾਏ। ਪਾਤਸ਼ਾਹ ਕਹਿੰਦੇ ਸੱਜਣਾ, ਗਊ ਦੇ ਗੋਬਰ ਨੂੰ ਪਵਿੱਤਰ ਸਮਝਦਾ ਔਰ ਉਸ ਗੋਬਰ ਨੂੰ ਲੇਪ ਕਰਕੇ ਪਵਿੱਤਰ ਸਮਝ ਕੇ ਉਹਦੀ ਪੂਜਾ ਕਰਦਾ। ਪਰ ਜਿਸ ਗਊ ਦਾ ਗੋਬਰ ਹੈ ਔਰ ਉਸ ਗਊ ਨੂੰ ਹੱਕਣ ਵਾਲਾ ਜਿਹੜਾ ਬ੍ਰਾਹਮਣ ਹੈ, ਉਹਦੇ ਤੇ ਤੂੰ ਜਜੀਆ ਲਾ ਰਿਹਾ। ਇੱਕ ਹੁੰਦਾ ਸਰਕਾਰੀ ਟੈਕਸ ਜਿਹੜਾ ਸਹੀ ਨਿਯਤ ਕੀਤਾ ਜਾਏ ਕਿ ਜਿਸ ਦੀ ਆਮਦਨ ਹੈ ਉਸ ਆਮਦਨ ਦੇ ਮੁਤਾਬਕ ਜਾਂ ਜਿਸ ਪ੍ਰਕਾਰ ਦਾ ਉਹਦਾ ਵਪਾਰ ਹੈ, ਖਿੱਤਾ ਹੈ, ਉਹਦੇ ਮੁਤਾਬਕ ਟੈਕਸ ਹੁੰਦਾ। ਇੱਕ ਹੁੰਦਾ ਜਜੀਆ ਜਿਹੜਾ ਪੁਰਾਣੇ ਸਮਿਆਂ ਦੇ ਵਿੱਚ ਜਬਰੀ ਲਾਇਆ ਜਾਂਦਾ ਸੀ। ਜਜੀਆ ਇੰਨਾ ਦੇਣਾ ਹੀ ਪਵੇਗਾ, ਭਾਵੇਂ ਅਗਲੇ ਦੀ ਆਮਦਨ 100 ਰੁਪਈਆ ਹੋਵੇ, ਜਜੀਆ 1000 ਰੁਪਈਆ ਲੱਗ ਗਿਆ, ਦੇਣਾ ਪਵੇਗਾ। ਅੱਜ ਵੀ ਪੱਛਮੀ ਕੁਝ ਦੇਸ਼ਾਂ ਵਿੱਚ ਇਹ ਜਜੀਆ ਲਾਉਣ ਦੀ ਪ੍ਰਵਿਰਤੀ ਅੱਜ ਵੀ ਵਰਤਮਾਨ ਦੇ ਸਮੇਂ ਵਿੱਚ ਹੈ। ਅੱਜ ਵੀ ਉੱਥੇ ਜਬਰੀ ਜਜੀਆ ਲਾਇਆ ਜਾਂਦਾ ਉਹਨਾਂ ਦੇ ਧਰਮ ਸਥਲਾਂ ਤੇ। ਪਿੱਛੇ ਜੀ ਇੱਧਰ ਅਫਗਾਨਿਸਤਾਨ ਸਾਈਡ ਜਿਹੜੇ ਗੁਰਸਿੱਖ ਹਨ, ਉਹਨਾਂ ਉੱਤੇ ਵੀ ਉਸ ਪਾਸੇ ਦੇ ਇਲਾਕੇ ਦੇ ਕੁਝ ਲੋਕਾਂ ਨੇ ਜਜੀਆ ਲਾਇਆ ਕਿ ਜੇ ਤੁਸੀਂ ਆਪਣੇ ਧਰਮ ਸਥਲ ਚਲਾਉਣੇ, ਇੰਨਾ ਜਜੀਆ ਤੁਹਾਨੂੰ ਦੇਣਾ ਪਵੇਗਾ। ਜਜੀਆ ਜਿਹੜਾ ਜਬਰੀ ਲਾਇਆ ਜਾਏ, ਕੁਝ ਕਰ ਐਸੇ ਹੁੰਦੇ ਨੇ, ਕੁਝ ਜਜੀਏ ਐਸੇ ਹੁੰਦੇ ਨੇ ਜਿਹੜੇ ਜਬਰੀ ਲਾ ਦਿੱਤੇ ਜਾਂਦੇ ਨੇ। ਦੇਸ਼ ਦੇ ਲੋਕਾਂ ਦਾ ਗਲਾ ਘੁੱਟਣ ਵਾਸਤੇ ਉਦੋਂ ਵੀ ਲਾਏ ਜਾਂਦੇ ਸੀ, ਹੁਣ ਵੀ ਲਾਏ ਜਾ ਰਹੇ ਨੇ, ਸ਼ਾਇਦ ਆਉਣ ਵਾਲੇ ਸਮੇਂ ਵਿੱਚ ਵੀ ਲੱਗਦੇ ਰਹਿਣਗੇ।
ਜਿਹੜਾ ਲੋਕਾਂ ਦੇ ਗਰੀਬਾਂ ਦੇ ਗਲਾਂ ਨੂੰ ਘੁੱਟਣ ਵਾਸਤੇ ਜਜ਼ੀਆ ਲਾਇਆ ਜਾਂਦਾ ਹੈ, ਕਰ ਲਾਇਆ ਜਾਂਦਾ ਹੈ, ਔਰ ਉਸ ਕਰ ਨੂੰ ਪ੍ਰਾਪਤ ਕਰਕੇ ਉਸ ਕਰ ਦੇ ਬਦਲੇ ਜਿਨ੍ਹਾਂ ਲੋਕਾਂ ਦੇ ਕੋਲੋਂ ਕਰ ਉਗਰਾਇਆ ਗਿਆ ਉਹਨਾਂ ਨੂੰ ਸਹੂਲਤਾਂ ਨਾ ਦਿੱਤੀਆਂ ਜਾ, ਫਿਰ ਉਹ ਕਰ ਦੇਣ ਦਾ ਲਾਭ ਕੀ ਹੋਇਆ? ਜੋ ਕਰ ਭਰਦੇ ਨੇ ਤੇ ਕਰ ਦੇਣ ਦਾ ਉਹਨਾਂ ਨੂੰ ਲਾਹਾ ਪ੍ਰਾਪਤ ਨਾ ਹੋਵੇ, ਉਹਨਾਂ ਦੀਆਂ ਜਿਹੜੀਆਂ ਬੇਸਿਕ ਜ਼ਰੂਰਤਾਂ ਨੇ ਉਹਦੇ ਲਈ ਵੀ ਉਹਨਾਂ ਨੂੰ ਹੱਥ ਜੋੜ ਕੇ ਮਿੰਨਤਾਂ ਤਰਲੇ ਕਰਨੇ ਪੈਣ, ਫਿਰ ਸਮੱਸਿਆ। ਗੁਰਦੇਵ ਕਹਿੰਦੇ ਤੂੰ ਗਊ ਔਰ ਬ੍ਰਾਹਮਣ ਦੇ ਉੱਤੇ ਜਜ਼ੀਆ ਲਾ ਰਿਹਾ, ਉਸੇ ਗਊ ਦੇ ਗੋਬਰ ਨੂੰ ਲੀਪ ਪੋਚ ਕੇ ਮੱਥਾ ਟੇਕਦਾ ਤੇ ਫਿਰ 10 ਗੋਬਰ ਨਾਲ ਤਰ ਜਾਏਗਾ। ਜਦੋਂ ਦਇਆ ਕਰਨ ਦੀ ਬਿਰਤੀ ਸੀ, ਉਹ ਗਰੀਬ ਬ੍ਰਾਹਮਣ ਟੈਕਸ ਨਹੀਂ ਦੇ ਸਕਦਾ, ਗਊ ਲੈ ਕੇ ਲੰਘ ਰਿਹਾ ਸੀ ਉਸ ਪੁਲ ਤੋਂ, ਉਹ ਕਹਿੰਦਾ ਮੈਂ ਭਾਈ ਇਹ ਤਾਂ ਮੈਨੂੰ ਕਿਸੇ ਦਾਨ ਕੀਤੀ ਹੈ, ਦਾਨ ਕੀਤੀ ਹੋਈ ਚੀਜ਼ ਤੇ ਕਾਹਦਾ ਟੈਕਸ? ਅੱਜ ਵੀ ਦਾਨ ਕੀਤੀ ਹੋਈ ਚੀਜ਼ ਤੇ ਟੈਕਸ ਨਹੀਂ ਲੱਗਦਾ, ਮੈਂ ਕਾਹਦਾ ਟੈਕਸ ਦਿਆਂ ਜੇ ਦਾਨ ਕੀਤੀ ਹੋਈ ਹੈ? ਦਾਨ ਕੀਤੀ ਹੋਈ ਵਸਤੂ ਤੇ ਮੈਂ ਕਿਵੇਂ ਕਰ ਦੇ ਸਕਦਾ, ਕਿਵੇਂ ਟੈਕਸ ਦੇ ਸਕਦਾ? ਨਾਲੇ ਮੈਂ ਗਰੀਬ ਹਾਂ। ਉਹਨੂੰ ਖੜਾ ਕਰ ਛੱਡਿਆ, ਕਹਿੰਦਾ ਮੈਂ ਪੁਲ ਤੋਂ ਨਹੀਂ ਲੰਘਣ ਦਿੰਦਾ ਜੇ ਟੈਕਸ ਨਹੀਂ ਦਿੰਦਾ। ਬੈਠਾ ਵੀ ਇੱਕ ਖੱਤਰੀ ਸੀ, ਸਿਪਾਹੀ ਬਣ ਕੇ। ਉਸ ਵੇਲੇ ਦੇ ਸਮੇਂ ਦੀ ਸਰਕਾਰ ਦਾ ਉਹ ਕਰਿੰਦਾ ਸੀ, ਉਹਦੇ ਅੰਦਰ ਦਇਆ ਨਹੀਂ, ਕਰੁਣਾ ਨਹੀਂ ਕਿ ਭਾਈ ਚੱਲ ਤੂੰ ਗੁਜ਼ਰ ਜਾ, ਲੰਘ ਜਾ। ਜੋ ਕਿ ਜੇਬਾਂ ਵੀ ਵਿਖਾ ਦਿੱਤੀਆਂ ਵੀ ਮੈਂ ਖਾਲੀ ਹਾਂ, ਕਿੱਥੋਂ ਦਿਆਂ ਤੈਨੂੰ ਟੈਕਸ? ਉਸੇ ਗਊ ਨੇ ਜਦੋਂ ਗੋਬਰ ਕੀਤਾ, ਗੋਬਰ ਚੁੱਕ ਕੇ ਲੀਪਾ ਪੋਚੀ ਕਰਕੇ ਤੇ ਆਪਣੀ ਉਹ ਚੌਂਕਾ ਤਿਆਰ ਕਰਨ ਲੱਗ ਪਿਆ। ਪਾਤਸ਼ਾਹ ਵੇਖਦੇ, ਮਹਾਰਾਜ ਕਹਿੰਦੇ ਗੋਬਰ ਨਾਲ ਤਰ ਜਾਏਗਾ, ਦਇਆ ਕਰਨ ਵੇਲੇ ਦਇਆ ਕੀਤੀ ਨਹੀਂ ਤੂੰ, ਉਹਨਾਂ ਤੇ ਜਬਰੀ ਜਜ਼ੀਆ ਲਾ ਰਿਹਾ, ਉਹ ਦੇਣ ਦੇ ਵਿੱਚ ਸਮਰੱਥ ਵੀ ਨਹੀਂ ਹੈ, ਦੇ ਵੀ ਨਹੀਂ ਸਕਦਾ, ਤੇ 10 ਗੋਬਰ ਨਾਲ ਤਰ ਜਾਏਗਾ। ਮਹਾਰਾਜ ਜੀ ਨੇ ਸਵਾਲ ਕੀਤਾ, ਹਾਂਜੀ। ਧੋਤੇ ਟਿੱਕਾ ਤੈ ਜਪ ਮਾਲੇ, ਤੇੜ ਧੋਤੀ ਵੀ ਬੱਧੀ ਹੋਈ ਹੈ, ਮੱਥੇ ਤੇ ਤਿਲਕ ਵੀ ਲਾਇਆ ਹੋਇਆ ਹੈ, ਗਲ ਦੇ ਵਿੱਚ ਜਪ ਮਾਲੀ ਮਾਲਾ ਵੀ ਪਾਈ ਹੋਈ ਹੈ। ਧਾਨ ਮਲੇਛਾਂ ਖਾਏ, ਔਰ ਮਲੇਛਾਂ ਦਾ ਧਾਨ ਖਾ ਕੇ ਮਲੇਛ ਬੁੱਧੀ ਹੋ ਗਈ ਹੈ ਤੇਰੀ। ਧਾਨ ਮਲੇਛਾਂ ਦੀ ਜਦੋਂ ਗੱਲ ਹੁੰਦੀ ਹੈ, ਮਲੇਛਾਂ ਦਾ ਧਾਨ ਮਤਲਬ 2 ਨੰਬਰ ਦੀ ਕਮਾਈ ਦਾ ਪੈਸਾ, ਜਿਹਨੂੰ ਕਹਿੰਦੇ ਨਾ ਉਤਲੀ ਕਮਾਈ। ਇਹ ਜਿਹੜੀ ਉਤਲੀ ਕਮਾਈ ਹੁੰਦੀ ਹੈ ਨਾ, ਇਹ ਤਨਖਾਹ ਤਾਂ ਮੇਰੀ ਇੰਨੀ ਆ, ਉੱਤੋਂ ਪਾ ਕੇ ਇੰਨੇ ਬਣ ਜਾਂਦੇ ਆ, ਉੱਤੋਂ ਜਿਹੜੇ ਆਉਂਦੇ ਨਾ ਉੱਤੋਂ, ਉਹ ਬੜੇ ਗਲਤ ਢੰਗ ਨਾਲ ਆਉਂਦੇ, ਉਹ ਬੜੇ ਗਲਤ ਤਰੀਕੇ ਨਾਲ ਆਉਂਦੇ। ਹਾਂ, ਕੋਈ ਸਹੀ ਢੰਗ ਨਾਲ ਕਿਰਤ ਕਰਕੇ ਓਵਰ ਟਾਈਮ ਕਰਕੇ ਕਮਾਈ ਕਰਦਾ, ਉਹ ਗੱਲ ਵੱਖਰੀ, ਉਹ ਤਾਂ ਮੰਨੇ ਉੱਤੋਂ ਵੀ ਆਪਣੀ ਮਿਹਨਤ। ਇੱਕ ਉੱਤੋਂ ਚਾਹ ਪਾਣੀ ਦੇ ਨਾਂ ਤੇ ਆਉਂਦੇ ਨੇ, ਇੱਕ ਉੱਤੋਂ ਰਿਸ਼ਵਤਖੋਰੀ ਦੇ ਨਾਂ ਤੇ ਆਉਂਦੇ ਨੇ, ਇੱਕ ਉੱਤੋਂ ਕਿਸੇ ਗਰੀਬ ਦਾ ਗਲ ਕੱਟ ਕੇ ਆਉਂਦੇ ਨੇ, ਉਹ ਮਲੇਛ ਧਾਨ ਹੈ। ਮਲੇਛਾਂ ਦਾ ਧਾਨ ਖਾ ਕੇ ਜੇ ਤੂੰ ਕਹੇ ਕਿ ਮੈਂ ਮੱਥੇ ਤੇ ਤਿਲਕ ਲਾਇਆ, ਗਲ ਦੇ ਵਿੱਚ ਜਪ ਮਾਲੀ ਪਾਈ ਆ, ਤੇੜ ਧੋਤੀ ਬੱਧੀ, ਮੈਂ ਧਰਮੀ ਆ, ਕਹਿੰਦੇ ਜੇ ਧਾਨ ਮਲੇਛਾਂ ਦਾ ਖਾ ਲਿਆ ਤੂੰ ਧਰਮੀ ਨਹੀਂ ਹੋ ਸਕਦਾ, ਤੂੰ ਮਲੇਛ ਹੀ ਸਦਾਏਗਾ। ਜੇ ਧਾਨ ਮਲੇਛਾਂ ਦਾ ਖਾਧਾ ਤਾਂ। ਮਲੇਛ ਦਾ ਅਖਰੀ ਅਰਥ ਕੀ ਹੁੰਦਾ? ਮਲ ਜਮਾ ਇੱਛ, ਜਿਹਦੇ ਅੰਦਰ ਹਮੇਸ਼ਾ ਮੈਲ ਦੀ ਇੱਛਾ ਹੋਵੇ, ਮਲਨ ਇੱਛਾ ਹੋਵੇ, ਉਹਨੂੰ ਕਹਿੰਦੇ ਆ ਮਲੇਛ। ਇਹ ਸ਼ਬਦ ਉਸ ਵੇਲੇ ਦੇ ਜਿਹੜੇ ਹੁਕਮਰਾਨ ਸਨ, ਮੁਗਲ ਮੁਸਲਮਾਨ ਹਕੂਮਤ ਸੀ, ਜਿਹੜੇ ਜਰਵਾਣੇ ਸਨ, ਇਹ ਮਲੇਛ ਸ਼ਬਦ ਖਾਲਸਾ ਉਹਨਾਂ ਲਈ ਵੀ ਵਰਤਦਾ ਸੀ। ਪਰ ਮਲੇਛ ਸ਼ਬਦ ਚੰਦੂ ਲਈ ਵੀ ਵਰਤਿਆ, ਚੰਦੂ ਵੀ ਮਲੇਛ ਹੈ, ਹਾਲਾਂਕਿ ਭਾਵੇਂ ਉਹ ਹਿੰਦੂ ਸਮਾਜ ਨਾਲ ਸੰਬੰਧਿਤ ਹੈ। ਯਾਨੀ ਕਿ ਜਿਸ ਦੀ ਇੱਛਾ ਮਲਨ ਹੈ ਉਹਨੂੰ ਕਹਿੰਦੇ ਨੇ ਮਲੇਛ। ਮਲਨ ਇੱਛਾ ਰੱਖ ਕੇ ਭੈੜੇ ਤਰੀਕਿਆਂ ਦੇ ਨਾਲ ਲੋਕਾਂ ਕੋਲੋਂ ਉਗਰਾਇਆ ਹੋਇਆ ਪੈਸਾ, ਧਾਨ,
ਉਹ ਤੂੰ ਖਾ ਕੇ ਮੁੜ ਕੇ ਕਹੇ ਮੈਂ ਧਰਮੀ ਹਾਂ, ਇਹ ਕਿਵੇਂ ਹੋ ਸਕਦਾ? ਜਾਂ ਤਾਂ ਤੂੰ ਧਰਮੀ ਹੋ ਸਕਦਾ ਜਾਂ ਮਲੇਛ ਹੋ ਸਕਦਾ, ਦੋਵੇਂ ਨਹੀਂ ਹੋ ਸਕਦਾ ਵੀ ਤੂੰ ਧਰਮੀ ਵੀ ਕਹਾਵੇਂ ਤੇ ਮਲੇਛ ਵੀ ਕਹਾਵੇਂ। ਜਾਂ ਕਿਹਾ ਜਾ ਸਕਦਾ ਵੀ ਦਿਨ ਹੈ, ਜਾਂ ਕਿਹਾ ਜਾ ਸਕਦਾ ਰਾਤ ਹੈ। ਰਾਤ ਹੈ ਦਾ ਮਤਲਬ ਦਿਨ ਨਹੀਂ ਹੈ, ਦਿਨ ਹੈ ਤੇ ਮਤਲਬ ਰਾਤ ਨਹੀਂ ਹੈ। ਜੇ ਧਰਮੀ ਹੈ ਤੇ ਮਲੇਛ ਨਹੀਂ ਹੈ, ਜੇ ਮਲੇਛ ਹੈ ਤੇ ਫਿਰ ਧਰਮੀ ਨਹੀਂ ਹੈ। ਬਸ ਧਰਮ ਦੇ ਚਿੰਨ੍ਹ ਜ਼ਰੂਰ ਧਾਰਨ ਕੀਤੇ ਨੇ, ਧਾਰਮਿਕ ਨਿਸ਼ਾਨੀਆਂ ਜ਼ਰੂਰ ਧਾਰਨ ਕੀਤੀਆਂ ਹੋਈਆਂ ਨੇ। ਧਾਨ ਮਲੇਛਾਂ ਦਾ ਖਾ ਕੇ ਮੁੜ ਕੇ ਧਰਮੀ ਸਦਾਵੇਂ ਨਹੀਂ ਹੋ ਸਕਦਾ। ਜੀ ਬਧੋ ਤੋ ਧਰਮ ਕਰ ਥਾਪੋ ਕਾਕੋ ਕਹੋ ਕਸਾਈ। ਜੇ ਜੀਵਾਂ ਨੂੰ ਹੱਤ ਕੇ, ਜੀਵਾਂ ਨੂੰ ਮਾਰ ਕੇ, ਉਹਨਾਂ ਦੇ ਗਲ ਕੱਟ ਕੇ ਗਰੀਬਾਂ ਦੇ ਆਪਣੀਆਂ ਜੇਬਾਂ ਭਰਦਾ ਹੈ, ਆਪਣੇ ਖਜ਼ਾਨੇ ਭਰਦਾ ਹੈ ਤੇ ਕਹੇ ਮੈਂ ਧਰਮੀ ਹਾਂ, ਤੇ ਫਿਰ ਦੱਸ, ਤੂੰ ਦੱਸ ਕਸਾਈ ਕਿਸ ਨੂੰ ਕਿਹਾ ਜਾਏਗਾ? ਫਿਰ ਕਸਾਈ ਕੌਣ ਹੋਇਆ? ਇਸ ਕਰਕੇ ਗਰੀਬ ਨਵਾਜ ਸਾਹਿਬ ਜੀ ਸਪਸ਼ਟ ਕਰਦੇ ਨੇ ਕਿ ਧਾਰਮਿਕ ਚਿੰਨ੍ਹ ਜ਼ਰੂਰ ਧਾਰਨ ਕੀਤੇ ਹੋਏ ਨੇ ਤੈਂ, ਪਰ ਧਾਨ ਮਲੇਛਾਂ ਦਾ ਖਾ ਕੇ ਤੇਰੀ ਮੱਤ ਵੀ ਮਲੇਛ ਹੋ ਚੁੱਕੀ ਹੈ। ਅੰਤਰ ਪੂਜਾ ਪੜ੍ਹੈ ਕਤੇਬਾ ਸੰਜਮ ਤੁਰਕਾ ਭਾਏ। ਆਪਣੇ ਧਰਮ ਦੀਆਂ ਰੀਤੀਆਂ ਜੇ ਪੂਜਾ ਕਰਨੀ ਹੋਵੇ ਦਰਵਾਜ਼ੇ ਬੰਦ ਕਰਕੇ ਕਰਦੇ ਹੋ, ਲੁਕ ਕੇ। ਕਿਤੇ ਸਾਡੇ ਸਰਕਾਰ ਨੂੰ, ਸਾਡੇ ਜਿਹੜੇ ਰਾਜੇ ਨੇ ਜਿਨ੍ਹਾਂ ਕੋਲ ਅਸੀਂ ਨੌਕਰੀਆਂ ਕਰਦੇ ਉਹਨਾਂ ਨੂੰ ਨਾ ਪਤਾ ਲੱਗ ਜੇ। ਤੁਸੀਂ ਲੋਕਤੰਤਰ ਵਿੱਚ ਰਹਿੰਦੇ ਹੋ, ਆਪਣਾ ਧਾਰਮਿਕ ਹੱਕ ਤਾਂ ਆਪਣੇ ਕੋਲ ਰੱਖੋ। ਵੇਖੋ ਗੁਰਦੇਵ ਉਦੋਂ ਇਹ ਯਾਦ ਕਰਾ ਰਿਹਾ ਉਹਨਾਂ ਨੂੰ ਕਿ ਠੀਕ ਨਹੀਂ, ਜੇ ਤੁਹਾਨੂੰ ਧਾਰਮਿਕ ਆਜ਼ਾਦੀ ਤਾਂ ਹੋਣੀ ਚਾਹੀਦੀ ਹੈ। ਧਾਰਮਿਕ ਆਜ਼ਾਦੀ ਦੀ ਗੱਲ ਜਦੋਂ ਸੰਵਿਧਾਨ ਬਣਾਇਆ ਗਿਆ ਹਿੰਦੁਸਤਾਨ ਦਾ, ਉਦੋਂ ਕੀਤੀ ਗਈ, ਪਰ ਜਗਤ ਗੁਰੂ ਬਾਬਾ ਜੀ ਤਾਂ 500 ਸਾਲ ਪਹਿਲਾਂ ਇਹ ਸੰਵਿਧਾਨ ਧਾਰਮਿਕ ਆਜ਼ਾਦੀ ਦੀ ਗੱਲ ਕਰ ਰਹੇ। ਸੰਵਿਧਾਨ ਤਾਂ ਜਗਤ ਗੁਰੂ ਬਾਬਾ ਜੀ ਬਣਾ ਗਏ ਨੇ। ਜੇ ਉਹਨਾਂ ਨੂੰ, ਜੋ ਸਮੇਂ ਦੀ ਸਰਕਾਰ ਹੈ, ਆਪਣੀਆਂ ਮਸਜਿਦਾਂ ਵਿੱਚ ਖਲੋ ਕੇ ਉੱਚੀਆਂ ਉੱਚੀਆਂ ਬਾਂਗਾਂ ਦੇਣ ਦਾ ਹੱਕ ਹੈ, ਤੇ ਤੁਹਾਨੂੰ ਵੀ ਆਪਣੇ ਧਰਮ ਸਥਾਨਾਂ ਤੇ ਟੱਲ ਖੜਕਾਉਣ ਦਾ, ਪੂਜਾ ਕਰਨ ਦਾ ਹੱਕ ਹੈ। ਭਾਵੇਂ ਕਿ ਅਸੀਂ ਟੱਲ ਖੜਕਾਉਣ ਜਾਂ ਮੂਰਤੀ ਪੂਜਾ ਦੇ ਪੱਖ ਦੇ ਵਿੱਚ ਨਹੀਂ ਹਾਂ, ਅਸੀਂ ਤਿਲਕ ਜੰਜੂ ਦੇ ਪੱਖ ਵਿੱਚ ਨਹੀਂ ਹਾਂ, ਪਰ ਜੇ ਲਾਇਆ ਜਾਂਦਾ ਜਬਰੀ ਕਿਸੇ ਦਾ, ਤੇ ਸ਼ਹੀਦੀ ਦੇਣ ਵਾਸਤੇ ਗੁਰੂ ਪਾਤਸ਼ਾਹ ਜਾਂਦੇ ਨੇ। ਜ਼ੁਲਮ ਤਾਂ ਹੋਇਆ ਨਾ ਕਿ ਤੁਸੀਂ ਲੋਕ ਜੋ ਛਤਰੀ ਹੋ, ਸ਼ਸਤਰਧਾਰੀ ਹੋ, ਤੁਸੀਂ ਇਹਨਾਂ ਜਰਵਾਣਿਆਂ ਦੇ ਖਿਲਾਫ ਆਵਾਜ਼ ਉਠਾਉਣ ਦੀ ਬਜਾਏ ਜੇ ਪੂਜਾ ਕਰਨੀ ਹੋਵੇ ਤੇ ਲੁੱਕ ਕੇ ਕਰ ਲੈਂਦੇ ਹੋ, ਦਰਵਾਜ਼ਾ ਬੰਦ ਕਰਕੇ, ਅੰਤਰ ਪੂਜਾ। ਤੇ ਬਾਹਰ ਉਹਨਾਂ ਨੂੰ ਖੁਸ਼ ਕਰਨ ਲਈ ਕਤੇਬਾਂ ਪੜ੍ਹਦੇ ਹੋ। ਜੀ ਵੇਖੋ ਅਸੀਂ ਕਤੇਬ ਪੜ੍ਹ ਰਹੇ, ਕਤੇਬ ਮੁਸਲਮਾਨੀ ਗ੍ਰੰਥ ਨੇ। ਫਿਰ ਜਿਹੜੀ ਸੰਜਮ ਮਰਿਆਦਾ ਰੱਖਦੇ ਤੁਰਕਾਂ ਵਾਲਾ, ਸੰਜਮ ਤੁਰਕਾਂ ਭਾਈ, ਮਰਿਆਦਾ ਉਹ ਰੱਖਦੇ ਹੋ, ਸੰਜਮ ਉਹ ਰੱਖਦੇ ਹੋ ਜਿਹੜਾ ਤੁਰਕਾਂ ਨੂੰ ਭਾਵੇ, ਚੰਗਾ ਲੱਗੇ, ਉਹਨਾਂ ਨੂੰ ਚੰਗਾ ਲੱਗੇ। ਫਿਰ ਤੁਸੀਂ ਗੁਲਾਮ ਹੋ, ਸੁਤੰਤਰ ਨਹੀਂ ਹੋ। ਤੁਸੀਂ ਰਾਜ ਤਾਂ ਕੀ ਕਰਨਾ, ਤੁਸੀਂ ਧਾਰਮਿਕ ਤੌਰ ਤੇ ਵੀ ਆਜ਼ਾਦ ਨਹੀਂ, ਰਾਜਨੀਤਿਕ ਤੌਰ ਤੇ ਤਾਂ ਗੁਲਾਮ ਹੋ ਹੀ, ਤੁਸੀਂ ਤਾਂ ਧਾਰਮਿਕ ਤੌਰ ਤੇ ਵੀ ਗੁਲਾਮ ਬਣੇ ਹੋਏ। ਤੁਹਾਨੂੰ ਆਪਣੀਆਂ ਧਾਰਮਿਕ ਰਹੁ ਰੀਤੀਆਂ ਨੂੰ ਪਾਲਣ ਵਾਸਤੇ ਖੁੱਲ੍ਹ ਨਹੀਂ ਹੈ, ਸੁਤੰਤਰਤਾ ਨਹੀਂ ਹੈ। ਇਸ ਕਰਕੇ ਭਾਈ ਇਹ ਸੰਜਮ ਜਿਹੜਾ ਤੁਸੀਂ ਕਰ ਰਹੇ ਹੋ, ਇਹ ਤੁਰਕਾਂ ਨੂੰ ਭਾ ਜਾਵੋ, ਇਸ ਕਰਕੇ ਕਰ ਰਹੇ ਹੋ। ਤੁਰਕਾਂ ਵਾਲਾ ਸੰਜਮ, ਉਹਨਾਂ ਵਾਲੀਆਂ ਰਹੁ ਰੀਤੀਆਂ। ਹਾਂਜੀ, ਛੋਡੇ ਲੈ ਪਾਖੰਡਾ। ਇਹ ਤਾਂ ਫਿਰ ਪਖੰਡ ਬਣ ਗਿਆ ਵੀ ਅੰਦਰੋਂ ਹੋਰ ਤੇ ਬਾਹਰੋਂ ਹੋਰ। ਇਹ ਪਖੰਡ ਛੱਡ ਦਿਓ, ਇਹ ਪਖੰਡ ਨਾ ਕਰੋ, ਇਹ ਪਖੰਡ ਤਿਆਗ ਦਿਓ। ਛੋਡੀ ਲੈ ਪਾਖੰਡਾ, ਪਖੰਡ ਛੱਡ ਦਿਓ। ਜੋ ਕੁਝ ਵੀ ਇਹ ਪੂਜਾ ਅਰਚਨਾ ਕਰਦੇ ਹੋ, ਅੰਦਰ ਲੁਕ ਕੇ ਕਰਦੇ ਹੋ, ਬਾਹਰੋਂ ਤੁਰਕਾਂ ਵਾਲਾ ਸੰਜਮ। ਜੇ ਤੂੰ ਪੂਜਾ ਕਰਨੀ ਹੈ, ਜੇ ਤੁਸੀਂ ਆਪਣੇ ਧਾਰਮਿਕ ਚਿੰਨ੍ਹ ਧਾਰਨ ਕਰਨੇ ਨੇ, ਤੇ ਸੁਤੰਤਰ ਹੋ ਕੇ ਵਿਚਰੋ। ਇਹ ਤੁਹਾਡਾ ਹੱਕ ਹੈ।
ਅੱਜ ਜਦੋਂ ਪੰਜਾਬ ਤੋਂ ਬਾਹਰਲੀਆਂ ਸਟੇਟਾਂ ਦੇ ਵਿੱਚ ਕਈ ਵੇਰ ਕਈ ਗੁਰਸਿੱਖ ਬੱਚਿਆਂ ਨੂੰ ਸਮੱਸਿਆ ਆ ਰਹੀ ਹੈ ਕਿ ਜੇ ਗਾਤਰੇ ਵਿੱਚ ਸ਼੍ਰੀ ਸਾਹਿਬ ਹੈ, ਕਿਰਪਾਨ ਹੈ, ਹਾਲਾਂਕਿ ਸੰਵਿਧਾਨ ਦੇ ਵਿੱਚ, ਹਿੰਦੁਸਤਾਨ ਦੇ ਸੰਵਿਧਾਨ ਦੇ ਵਿੱਚ ਸੁਤੰਤਰਤਾ ਦਿੱਤੀ ਗਈ ਹੈ ਸਿੱਖ ਨੂੰ, ਉਸ ਸੰਵਿਧਾਨ ਦੀਆਂ ਧੱਜੀਆਂ ਉਡਾ ਕੇ ਜਦੋਂ ਪ੍ਰੀਖਿਆਵਾਂ ਲਈਆਂ ਜਾਂਦੀਆਂ ਨੇ, ਕੜਾ ਤੱਕ ਵੀ ਲਾਉਣ ਦਾ ਕਿਹਾ ਜਾਂਦਾ ਵੀ ਕੜਾ ਤੇ ਕਿਰਪਾਨ ਦੋਵੇਂ ਲਾ ਦਿਓ। ਕਿਉਂ ਭਾਈ? ਤੋ ਪਰਪੱਕ ਸਿੱਖ ਬੱਚੇ ਇਸ ਗੱਲ ਦਾ ਵਿਰੋਧ ਕਰਦੇ ਆ। ਕਰਨਾ ਵੀ ਜ਼ਰੂਰੀ ਹੈ, ਗੁਰੂ ਸਾਹਿਬ ਸਾਨੂੰ ਸਿਖਾ ਰਹੇ ਨੇ। ਅਸੀਂ ਤਾਂ ਦੂਜਿਆਂ ਲਈ ਵਿਰੋਧ ਕਰਦੇ ਹਾਂ ਤੇ ਆਪਣੇ ਧਾਰਮਿਕ ਚਿੰਨ੍ਹਾਂ ਦੀ ਆਜ਼ਾਦੀ ਲਈ ਅਸੀਂ ਵਿਰੋਧ ਨਾ ਕਰੀਏ। ਫਿਰ ਉਸ ਦੇਸ਼ ਵਿੱਚ, ਜਿਸ ਦੇਸ਼ ਵਿੱਚ ਸਾਡੀਆਂ ਕੁਰਬਾਨੀਆਂ ਸਭ ਤੋਂ ਵੱਧ ਹੋਣ, ਜਿਹੜਾ ਦੇਸ਼ ਸਾਡਾ ਆਪਣਾ ਦੇਸ਼ ਹੈ, ਜਿਸ ਲਈ ਸਾਡੇ ਪੁਰਖਿਆਂ ਨੇ ਕੁਰਬਾਨੀਆਂ ਕੀਤੀਆਂ ਨੇ, ਅਸੀਂ ਤਾਂ ਦੂਜਿਆਂ ਦੇ ਧਾਰਮਿਕ ਚਿੰਨ੍ਹਾਂ ਦੇ ਪਿੱਛੇ ਵੀ ਲੜਾਈਆਂ ਲੜੀਆਂ ਨੇ। ਦੂਜਿਆਂ ਦੇ ਧਾਰਮਿਕ ਚਿੰਨ੍ਹਾਂ ਦੀ ਆਜ਼ਾਦੀ ਲਈ 9ਵੇਂ ਪਾਤਸ਼ਾਹ ਸ਼ਹੀਦੀ ਦਿੰਦੇ ਹੈ। ਇਹ ਵੇਖਣਾ ਚਾਹੀਦਾ ਸਮੇਂ ਦੀਆਂ ਸਰਕਾਰਾਂ ਨੂੰ ਕਿ ਅਗਰ ਇਸ ਪ੍ਰਕਾਰ ਦੀ ਕੋਈ ਤੋਹੀਨ ਕਰਦਾ ਤਤਕਾਲੀ ਉਸੇ ਵਕਤ ਉਸ ਨੂੰ ਦੰਡ ਦਿੱਤਾ ਜਾਏ, ਸਜ਼ਾ ਦਿੱਤੀ ਜਾਏ। ਤੇ ਭਾਈ ਤੁਸੀਂ ਕੌਣ ਹੁੰਦੇ ਹੋ ਕਿਸੇ ਦੇ ਧਾਰਮਿਕ ਚਿੰਨ੍ਹਾਂ ਦੇ ਉੱਤੇ ਉਂਗਲ ਚੁੱਕਣ ਵਾਲੇ? ਪ੍ਰੀਖਿਆ ਲੈਣੀ ਹੈ, ਪ੍ਰੀਖਿਆ ਲਵੋ। ਉਸ ਧਾਰਮਿਕ ਚਿੰਨ੍ਹ ਦੀ ਕੋਈ ਦੁਰਵਰਤੋਂ ਕਰੇ ਫਿਰ ਤੁਸੀਂ ਕਾਨੂੰਨੀ ਕਿਸੇ ਵੀ ਪ੍ਰਕਾਰ ਦੀ ਪ੍ਰਕਿਰਿਆ ਵਿੱਚ ਕਰਮ ਕਰ ਸਕਦੇ ਹੋ। ਪਰ ਸੰਵਿਧਾਨ ਜਿਸ ਦੀ ਆਗਿਆ ਦਿੰਦਾ ਹੈ, ਉਸ ਸੰਵਿਧਾਨ ਦੀਆਂ ਧੱਜੀਆਂ ਉਡਾ ਕੇ ਵੱਡੇ ਵੱਡੇ ਪ੍ਰੀਖਿਆਵਾਂ ਵਾਲੇ ਪ੍ਰੀਖਿਆ ਕੇਂਦਰ ਜਦੋਂ ਸਾਡੇ ਸਿੱਖ ਬੱਚਿਆਂ ਦੇ ਉੱਤੇ ਨਸਲੀ ਟਿੱਪਣੀਆਂ ਕਰਕੇ ਉਹਨਾਂ ਦੇ ਧਾਰਮਿਕ ਚਿੰਨ੍ਹਾਂ ਦੇ ਉੱਤੇ ਪਾਬੰਦੀ ਲਾਉਂਦੇ ਆ, ਫਿਰ ਮਹਿਸੂਸ ਹੁੰਦਾ ਵੀ ਅਸੀਂ ਗੁਲਾਮ ਹਾਂ। ਕਿ ਇਹ ਦੇਸ਼ ਸਾਡਾ ਨਹੀਂ? ਕਿਸ ਦੇਸ਼ ਲਈ ਅਸੀਂ ਆਜ਼ਾਦੀ ਵਾਸਤੇ ਨਹੀਂ ਲੜੇ? ਕਿ ਸਾਡੇ ਜਿਹੜੇ ਪੰਜਾਬੀ ਨੇ, ਸਾਡੇ ਜਿਹੜੇ ਬਜ਼ੁਰਗ ਨੇ, ਕਿਸ ਦੇਸ਼ ਦੀ ਆਜ਼ਾਦੀ ਲਈ ਉਹਨਾਂ ਨੇ ਫਾਂਸੀਆਂ ਦੇ ਰੱਸੇ ਨਹੀਂ ਚੁੰਮੇ? ਸਭ ਤੋਂ ਵੱਧ ਫਾਂਸੀਆਂ ਇਹ ਚੜੇ ਨੇ, ਸਭ ਤੋਂ ਵੱਧ ਜਲਾ ਵਤਨੀਆਂ ਇਹਨਾਂ ਨੇ ਕੱਟੀਆਂ ਨੇ, ਸਭ ਤੋਂ ਵੱਧ ਉਮਰ ਕੈਦਾਂ ਇਹਨਾਂ ਨੇ ਪ੍ਰਾਪਤ ਕੀਤੀਆਂ ਨੇ, ਸਭ ਤੋਂ ਵੱਧ ਸ਼ਹੀਦੀਆਂ ਇਹਨਾਂ ਦੀਆਂ ਨੇ। ਖੈਰ, ਇਹ ਚਿੰਤਨ ਕਰ ਲੈਣਾ ਚਾਹੀਦਾ ਸਮੇਂ ਦੀਆਂ ਸਰਕਾਰਾਂ। ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਅੰਦਰੋਂ ਕੁਝ ਹੋਰ ਤੇ ਬਾਹਰੋਂ ਕੁਝ ਹੋਰ। ਆ ਪਖੰਡ ਛੱਡ ਦਿਓ, ਛੋਡੀ ਲੈ ਪਾਖੰਡਾ। ਇਹ ਪਖੰਡ ਆਪਣੇ ਹਿਰਦੇ ਚੋਂ ਤਿਆਗ ਦਿਓ। ਪਖੰਡ ਹੈ, ਇਸ ਪਖੰਡ ਦਾ ਪ੍ਰਤਿਆਗ ਕਰ ਦਿਓ। ਨਾਮ ਲੈ ਜਾਹੇ ਤਰੰਦਾ, ਨਾਮ ਲੈ ਜਾਹੇ ਤਰੰਦਾ। ਸੱਜਣਾ, ਪਖੰਡ ਛੱਡ ਕੇ ਜਦੋਂ ਪਰਮੇਸ਼ਰ ਦਾ ਨਾਮ ਲਓਗੇ, ਅਕਾਲ ਪੁਰਖ ਦੇ ਨਾਮ ਦੀ ਆਰਾਧਨਾ ਕਰੋਗੇ, ਨਿਰੰਕਾਰ ਦਾ ਨਾਮ ਧਿਆਵੋਗੇ, ਤਾਂ ਤੁਸੀਂ ਇਸ ਸੰਸਾਰ ਤੋਂ ਤਰੋਗੇ, ਇਸ ਭਵ ਸਾਗਰ ਤੋਂ ਪਾਰ ਉਤਰੋਗੇ। ਮਹੱਲਾ ਪਹਿਲਾ। ਮਾਨਸ ਖਾਣੇ ਅੱਜ। ਆਹਾ, ਕਹਿੰਦੇ ਵੇਖੋ ਜਿਹੜੇ ਸਬੂਤੇ ਬੰਦੇ ਖਾ ਜਾਣ ਵਾਲੇ ਨੇ, ਕਾਜੀ ਇਨਸਾਫ ਕਰਨ ਵਾਲੇ, ਉਹ ਕਿੱਦਾਂ ਦੇ ਨੇ? ਕਿਉਂਕਿ ਉਹਨਾਂ ਵੇਲਿਆਂ ਵਿੱਚ ਜਿਹੜੇ ਜੱਜ ਸੀ ਉਹ ਕਾਜੀ ਸਨ। ਲੋਕਾਂ ਦਾ ਇਨਸਾਫ, ਲੜਾਈਆਂ ਝਗੜਿਆਂ ਦੇ ਫੈਸਲੇ ਕਾਜੀ ਕਰਦੇ ਸੀ। ਤੇ ਗੁਰਦੇਵ ਕਹਿੰਦੇ ਜਿਹੜੇ ਬੰਦੇ ਖਾਣੇ ਨੇ ਉਹ ਨਿਵਾਜ ਕਰਦੇ ਨੇ, ਇਨਸਾਫ ਕਰਦੇ ਨੇ। ਜਿਨ੍ਹਾਂ ਆਪ ਕਈ ਬੰਦੇ ਖਾ ਲਏ ਨੇ, ਉਹ ਕਤਲ ਦੇ ਕੇਸ ਦੀ ਸਜ਼ਾ ਦੇ ਰਹੇ ਹੁੰਦੇ ਨੇ ਉਹਨੂੰ ਜਿਸ ਨੇ ਉਹ ਕਤਲ ਕੀਤਾ ਵੀ ਨਹੀਂ ਹੁੰਦਾ। ਕਿਉਂ? ਜਿਸ ਨੇ ਕਤਲ ਕੀਤਾ ਉਹਨੇ ਚੜਾਵਾ ਚੜਾ ਦਿੱਤਾ, ਫਸ ਗਰੀਬ ਗਿਆ। ਮਸਕੀਨ ਜੀ ਅਕਸਰ ਕਹਿੰਦੇ ਨੇ, ਉਹ ਕਹਿੰਦੇ ਭਾਈ ਇਹ ਜਿਹੜਾ ਕਾਨੂੰਨ ਦਾ ਜਾਲਾ ਹੈ ਨਾ, ਤਾਣਾ, ਇਹ ਜਾਲਾ ਜਿਹਾ ਮੱਕੜੀ ਦਾ, ਇਹ ਵਿਚਾਰੇ ਛੋਟੇ ਮੋਟੇ ਕੀੜਿਆਂ ਮਕੌੜਿਆਂ ਵਾਸਤੇ, ਹਾਥੀਆਂ ਵਾਸਤੇ ਨਹੀਂ ਹੈ। ਉਹਦਾ ਤੋੜ ਕੇ ਲੰਘ ਜਾਂਦੇ ਆ, ਛਿੱਕੇ ਟੰਗ ਦਿੰਦੇ ਆ ਇਹਨੂੰ ਇੱਕ ਪਾਸੇ। ਤੇ ਮਸਕੀਨ ਜੀ ਦਾ ਇਹ ਕਥਨ ਕਿਤੇ ਜਾ ਕੇ ਬਹੁਤ ਸੱਤ ਵੀ ਹੁੰਦਾ।
ਕਹਿੰਦੇ ਬੰਦਿਆਂ ਨੂੰ ਖਾ ਜਾਣ ਵਾਲੇ ਮਾਨਸ ਖਾਣੇ, ਸਬੂਤੇ ਬੰਦੇ ਖਾ ਜਾਣ ਵਾਲੇ, ਰਿਸ਼ਵਤ ਲੈ ਕੇ ਗਰੀਬਾਂ ਦਾ ਗਲ ਘੁੱਟ ਕੇ ਉਹਨਾਂ ਨੂੰ ਮਾਰ ਦੇਣ ਵਾਲੇ, ਜਿਹੜੇ ਇਨਸਾਫ ਕਰਨ ਵਾਲੇ ਨੇ, ਦੱਸੋ ਕੀ ਇਨਸਾਫ ਕਰਨਗੇ? ਉਹ ਨਵਾਜ਼ ਕਰ ਰਹੇ ਨੇ, ਯਾਨੀ ਕਿ ਇਨਸਾਫ ਕਰ ਰਹੇ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦਾ ਕਥਨ ਹੈ, ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ। ਇੱਥੇ ਇੱਕ ਕਹਾਣੀ ਸੁਣਾਉਂਦੇ ਆ ਕਈ ਗੁਰਸਿੱਖ। ਇੱਕ ਕਾਜੀ ਕੋਲੇ ਕੋਈ ਜੁਲਾਏ ਤੇ ਜ਼ਿਮੀਂਦਾਰ ਦਾ ਕੇਸ ਸੀ। ਕਾਜੀ ਨੇ ਫੈਸਲਾ ਕਰਨਾ ਸੀ, ਬਿਆਨ ਹੋ ਚੁੱਕੇ ਸਨ। ਫੈਸਲੇ ਦੀ ਤਰੀਕ ਉਹਨੇ ਰੱਖ ਦਿੱਤੀ ਵੀ ਫਲਾਣੇ ਦਿਨ ਆ ਜਿਓ, ਫੈਸਲਾ ਕਰਾਂਗੇ ਤੁਹਾਡਾ। ਜੁਲਾਏ ਵੀਰ ਨੇ ਆਖਿਆ ਵੀ ਕਾਜੀ ਸਾਹਿਬ ਦੀ ਕੋਈ ਸੇਵਾ ਕਰੀਏ ਤੇ ਫੈਸਲਾ ਮੇਰੇ ਹੱਕ 'ਚ ਦੇ ਦੇ ਵੀ ਮੈਂ ਸੱਚਾ ਬੰਦਾ। ਜੁਲਾਏ ਦੀ ਕਿਰਤ ਜੋ ਹੁੰਦੀ ਆ ਕੱਪੜਾ ਬੁਣਨ ਦੀ, ਉਹਨੇ ਇੱਕ ਪੱਗ ਬਣਾਈ, ਬੜੀ ਰੀਝ ਨਾਲ ਬਰੀਕ ਧਾਗੇ ਦੀ ਪੱਗ ਤਿਆਰ ਕਰਕੇ ਕਾਜੀ ਸਾਹਿਬ ਨੂੰ ਦਿੱਤੀ। ਕਾਜੀ ਸਾਹਿਬ ਇਹ ਪੱਗ ਲਿਆਇਆ ਤੁਹਾਡੇ ਲਈ, ਤੋਹਫਾ ਲੈ ਕੇ ਆਇਆ, ਗਿਫਟ। ਅੱਜ ਕੱਲ੍ਹ ਰਿਸ਼ਵਤ ਨੂੰ ਗਿਫਟ ਦਾ ਨਾਂ ਦਿੱਤਾ ਗਿਆ। ਇਹ ਗਿਫਟ ਲੈ ਕੇ ਆਇਆ ਜੀ ਤੁਹਾਡੇ ਲਈ। तो काजी साहब ने आख्या महाराज कोई गल नहीं। कहता महाराज ख्याल रखियो, तरीक है फलाने दिन। कहता फिक्र ही ना कर, फैसला तेरे हक च होवेगा। मैं उस जिहड़ा जिमींदार आ मैं उहदे कोलों की लिया, नाले तू सच्चा बंदा, फैसला तेरे हक च ही करना। मैं धर्मी बंदा काजी, मैं अज ताईं किसी नाल बेइनसाफी थोड़ी कीती। नाले तू इन्नी खुशी नाल इन्ना वधिया गिफ्ट दे के चलिया, मैनू पग दे के चलिया। जुलाया जाके बेफिक्र हो गया भी बस हुण तां गल बन गई। जिमींदार नूं भी जुलाए ने जाके पग दे दी, उहनूं चिंता पै गई। जिमींदार कोल एक बड़ी बहुत वधिया गां सी दुध देण वाली, वाहवा 10-12 किलो दुध दिंदी। ਇਹ ਜਾ ਕੇ ਕਾਜੀ ਸਾਹਿਬ ਨੂੰ ਗਊ ਦੇ ਕੇ ਆਇਆ। ਕਾਜੀ ਸਾਹਿਬ ਆ ਗਊ ਰੱਖੋ, ਬੱਚੇ ਦੁੱਧ ਪੀਣਗੇ ਤੇ ਨਾਲੇ ਤਰੀਕ ਹੈ ਫਲਾਣੇ ਦਿਨ, ਮੇਰਾ ਖਿਆਲ ਰੱਖਿਓ। ਕਹਿੰਦਾ ਗੱਲ ਹੀ ਕੋਈ ਨਹੀਂ, ਫੈਸਲਾ ਹੋਣਾ ਹੀ ਤੇਰੇ ਪੱਖ 'ਚ। ਫੈਸਲੇ ਦੀ ਤਰੀਕ ਆਈ, ਕਾਜੀ ਨੇ ਫੈਸਲਾ ਜ਼ਮੀਂਦਾਰ ਦੇ ਪੱਖ 'ਚ ਸੁਣਾ ਦਿੱਤਾ। ਜੁਲਾਏ ਨੂੰ ਟੰਗ ਦਿੱਤਾ। ਜੁਲਾ ਸਿਰ ਤੇ ਹੱਥ ਕਰੇ, ਮਹਾਰਾਜ ਕਾਜੀ ਸਾਹਿਬ ਪੱਗ ਦਿੱਤੀ ਸੀ ਕਿ ਉਹਦਾ ख्याल रखो। तो कगों काजी कहता भी जुलाया भाई साहब वो पग नूं गां खा गई सी, पग छोटी सी गां वड्डी सी, इस करके फैसला इहदे पक्ष च हो गया। तो मानस खाने कर नवाज दा इत्थे मतलब है इंसाफ। वड्डी लैके हक गवाई, रिश्वत लैके हक नूं निरहक ते निरहक नूं हक कर रहे। हाँ जी। छुरी वगायन तिन गल ताग। ते कहंदे फिर अगे जिन्हां दे हत्थां विच कलम है, छुरी दा इत्थे मतलब है कलम, कलम भी छुरी बनदी है फिर खालसा जी। हालांकि तलवार नाल तां एक बंदा कट्टिया जाएगा, 2 कट लोगे, 10 कट लोगे, 20-50 लोग एकदम गर्म हो जाणगे अगों, वो तू वड्डी जाना। पर कलम दी छुरी इन्नी तिखी हुंदी, जदों चल के कोई मता पास हो जाता, कोई बिल पास हो जाता, फिर करोड़ां लोकां दे गल कट्टे जांदे ने, कोई चूं भी नहीं कर सकता। वो कलम छुरी बन जाती। हालांकि कलम चाहिदी सी चुकनी पर उपकार लई, समाज दे भले लई, पर कई बार वो कलम छुरी बन के लोकां दे गलां नूं कटदी है। ते कट्टण वाले भी कौन? जिन्हां दे गलां 'च धागे ने, यानी कि धर्मी सदाउंदे, नाले अपने आप नूं धर्मी सदाउंदे है। ते छुरी फड़ी हुई है जिहदे नाल बस लिख के देना ही आ, तू फलाणिया इन्ना टैक्स भरना, इन्ना जजिया तू भरना, अमके नूं आह दंड लाया जांदा, अमके पिंड वालियां दे उत्ते आह कानून पास कीता जांदा, अमकियां ते आह कीता जांदा।
ਤੇ ਗਲ ਦੇ ਵਿੱਚ ਧਾਗਾ ਵੀ ਹੈ, ਧਾਰਮਿਕ ਚਿੰਨ ਵੀ ਹੈ। ਤਿਨ ਘਰ ਬ੍ਰਾਹਮਣ ਪੂਰਹਿ ਨਾਦ। ਇਹੋ ਜਿਹੇ ਜਿਹੜੇ ਧਰਮੀ ਨੇ ਉਹਨਾਂ ਦੇ ਘਰਾਂ ਵਿੱਚ ਫਿਰ ਬ੍ਰਾਹਮਣ ਜਾ ਕੇ ਨਾਦ ਪੂਰਦੇ ਨੇ, ਵੇਦਾਂ ਦੇ ਵੇਦ ਪਾਠ ਕਰਦੇ ਉਹਨਾਂ ਦੇ ਘਰਾਂ 'ਚ ਜਾ ਕੇ। ਉਹਨਾਂ ਭਿਆਵ ਹੈ ਓਏ ਸਾਧ। ਕਹਿੰਦੇ ਜਿਹੜਾ ਫਲ ਉਹਨੂੰ ਮਿਲਿਆ ਨਾ ਛੁਰੀ ਵਗਾ ਕੇ, ਜਿਹੜੇ ਬ੍ਰਾਹਮਣ ਨੇ ਉਹਨਾਂ ਦੇ ਘਰ ਵਿੱਚ ਨਾਦ ਪੂਰ ਕੇ ਉਹਦੇ ਪੈਸੇ 'ਚੋਂ ਹਿੱਸਾ ਵੰਡਾ ਕੇ ਖਾਣਾ, ਉਹਨੂੰ ਵੀ ਉਹੀ ਸਵਾਦ ਆਉਣਾ, ਉਹਦੇ ਪਾਪ ਦਾ ਭਾਗੀਦਾਰ ਉਹਨੂੰ ਵੀ ਬਣਨਾ ਪੈਣਾ। ਇੱਕ ਨੇ ਆਖਿਆ ਮੇਰੇ ਹੱਥ ਕਿਉਂ ਕੱਟੇ ਗਏ, ਮੈਨੂੰ ਇਹ ਟੁੰਡੇ ਦਾ ਜਨਮ ਕਿਉਂ ਮਿਲਿਆ? ਉਹਨਾਂ ਆਖਿਆ ਕਿ ਕਸਾਈ ਸੀ, ਕਸਾਈ ਗਾਂ ਦੇ ਪਿੱਛੇ ਲੱਗਾ ਹੋਇਆ ਨੂੰ ਮਾਰਨ ਲਈ, ਗਾਂ ਦੌੜੀ ਜਾਏ, ਤੂੰ ਬੈਠਾ ਸੀ ਸਾਧਨਾ ਕਰਨ। ਕਸਾਈ ਨੇ ਤੈਨੂੰ ਆ ਕੇ ਪੁੱਛਿਆ ਤੂੰ ਗਾਂ ਵੇਖੀ ਆ, ਤੂੰ ਬੋਲਿਆ ਨਹੀਂ, ਹੱਥ ਨਾਲ ਇਸ਼ਾਰਾ ਹੀ ਕੀਤਾ ਵੀ ਇਸ ਪਾਸੇ ਗਈ ਹੈ। ਉਹਨੇ ਜਾ ਕੇ ਗਾਂ ਵੱਢ ਦਿੱਤੀ, ਮਾਰੀ ਤਾਂ ਕਸਾਈ ਨੇ। ਮਹਾਰਾਜ ਮੇਰਾ ਕੀ ਦੋਸ਼ ਸੀ? ਕਹਿੰਦੇ ਜਿਹੜੇ ਹੱਥ ਨਾਲ ਇਸ਼ਾਰਾ ਕਰਕੇ ਦੱਸਿਆ, ਯਾਨੀ ਕਿ ਹਿੱਸੇਦਾਰ ਤਾਂ ਤੂੰ ਵੀ ਬਣ ਗਿਆ ਨਾ। ਫਿਰ ਤੂੰ ਨਾ ਦੱਸਦਾ ਤੇ ਆਪੇ ਲੱਭਦਾ ਰਹਿੰਦਾ, ਸ਼ਾਇਦ ਬਚ ਹੀ ਜਾਂਦੀ। ਛੁਰੀ ਵਗਾਉਣ ਵਾਲਿਆਂ ਦੇ ਘਰ ਵਿੱਚ ਜਦੋਂ ਵੇਦ ਨਾਦ ਪੂਰੇ ਗਏ ਬ੍ਰਾਹਮਣ ਜੀ ਤੁਹਾਡੇ ਵੱਲੋਂ, ਤੇ ਉਹਨਾਂ ਕੋਲੋਂ ਜਿਹੜਾ ਦਕਸ਼ਣਾ ਦਾ ਧਾਨ ਮਿਲਿਆ ਉਹ ਲਿਆ ਕੇ ਤੁਸੀਂ ਖਾਧਾ, ਤੇ ਭਾਈ ਉਹਨਾਂ ਨੂੰ ਵੀ ਉਹਦਾ ਓਨਾ ਹੀ ਸਵਾਦ ਆਉਣਾ, ਭਾਵ ਓਨਾ ਹੀ ਹਿੱਸਾ ਪ੍ਰਾਪਤ ਹੋਣਾ ਹੈ। ਕੂੜੇ ਰਾਸ ਕੂੜਾ ਵਪਾਰ। ਇਹ ਰਾਸ਼, ਇਹ ਜਿਹੜੀ ਰਾਸ਼ੀ ਹੈ ਇਹ ਝੂਠੀ ਹੈ, ਇਹਦਾ ਵਪਾਰ ਵੀ ਕੂੜਾ ਝੂਠਾ ਹੈ। ਕੂੜ ਬੋਲ ਕਰਹਿ ਆਹਾਰ। ਬੜੇ ਨੇ ਜਿਹੜੇ ਝੂਠ ਬੋਲ ਕੇ ਆਹਾਰ ਕਰਦੇ ਨੇ, ਕਹਿੰਦੇ ਜੀ ਸਾਡਾ ਤਾਂ ਝੂਠ ਬਿਨਾਂ ਸਰਦਾ ਹੀ ਨਹੀਂ, ਸਾਡੀ ਦੁਕਾਨਦਾਰੀ ਜੀ ਸਾਨੂੰ ਝੂਠ ਬੋਲਣਾ ਪੈਂਦਾ, ਨਹੀਂ ਚਲਦੀਆਂ ਸਾਡੀਆਂ ਦੁਕਾਨਦਾਰੀਆਂ ਝੂਠ ਬਿਨਾਂ। ਇਹ ਵੀ ਇੱਕ ਪ੍ਰਕਾਰ ਦਾ ਬਹਾਨਾ ਹੀ ਹੁੰਦਾ। ਗੁਰੂ ਘਰ ਦੇ ਵਿੱਚ ਇੱਕ ਸਿੱਖ ਹੋਇਆ, ਉਹ ਸਿੱਖ ਦਾ ਨਾਂ ਸੀ ਪੰਜਵੇਂ ਪਾਤਸ਼ਾਹ ਦੇ ਵੇਲੇ, ਉਹ ਸਿੱਖ ਦਾ ਨਾਮ ਸੀ ਇੱਕ ਬਚਨੀਆਂ ਸਿੱਖ। ਇੱਕ ਬਚਨੀਆਂ ਸਿੱਖ। ਪੁੱਛਿਆ ਮਹਾਰਾਜ ਇਹਦਾ ਨਾਮ ਇੱਕ ਬਚਨੀਆਂ ਸਿੱਖ ਕਿਉਂ ਹੈ? ਕਹਿੰਦਾ ਇਸ ਮਹਾਰਾਜ ਜੀ ਕਹਿੰਦੇ ਇਸ ਸਿੱਖ ਦੀ ਦੁਕਾਨ ਹੈ, ਉਸ ਦੁਕਾਨ ਦੇ ਉੱਤੇ ਇਹਨੇ ਕੇਵਲ ਜਿਹੜੀਆਂ ਚੀਜ਼ਾਂ ਰੱਖੀਆਂ ਨੇ ਇੱਕ ਬਚਨ ਦੇ ਉੱਤੇ ਹੀ ਰੱਖੀਆਂ ਹੋਈਆਂ ਵੀ ਇਹਦਾ ਆਹ ਰੇਟ ਹੈ, ਇਹਦੇ ਵਿੱਚੋਂ ਇੰਨਾ ਮੁਨਾਫਾ ਮੈਨੂੰ ਮਿਲ ਰਿਹਾ, ਉਹ ਮੈਂ ਲੈਣਾ, ਉਹ ਮੈਂ ਛੱਡ ਨਹੀਂ ਸਕਦਾ। ਤੇ ਦੁਕਾਨ ਇਹਦੀ ਸਭ ਤੋਂ ਵਧੀਆ ਚੱਲਦੀ ਹੈ ਬਾਜ਼ਾਰ ਵਿੱਚ। ਤੇ ਇੱਕ ਨੇ ਓਲਾ ਰੱਖਿਆ ਹੁੰਦਾ, ਉਹ ਕਹਿੰਦੇ ਝੂਠ ਬੋਲੇ ਬਿਨਾਂ ਸਾਡਾ ਕੰਮ ਹੀ ਨਹੀਂ ਚੱਲਦਾ, ਸਾਨੂੰ ਤਾਂ ਦਿਨ ਵਿੱਚ ਕਈ ਵਾਰੀ ਉਹ ਗੱਲੇ ਤੇ ਬੈਠਿਆਂ ਗੱਲੇ ਤੇ ਹੱਥ ਰੱਖ ਕੇ 1000 ਵਾਰੀ ਸਹੁੰ ਖਾਣੀ ਪੈਂਦੀ ਹੈ। ਦੱਸ ਆ ਰਿਜਕ ਤੇ ਬੈਠੇ ਆ ਜੀ, ਸਾਨੂੰ ਇਹਦੀ ਸਹੁੰ ਲੱਗੇ। ਇਹ ਚੀਜ਼ ਸਾਨੂੰ ਆਪ ਨਹੀਂ ਇੰਨੇ ਦੀ ਪੈਂਦੀ, ਤੁਹਾਨੂੰ ਕਿਵੇਂ ਦੇ ਦਈਏ? ਕਹਿੰਦੇ ਕੂੜ ਬੋਲ ਕੇ ਝੂਠ ਬੋਲ ਕੇ ਜਿਹੜਾ ਆਹਾਰ ਕੀਤਾ ਜਾਂਦਾ ਉਹ ਵੀ ਬਿਖ ਹੈ, ਜ਼ਹਿਰ ਹੈ। ਸ਼ਰਮ ਧਰਮ ਕਾ ਡੇਰਾ ਦੂਰ। ਭਾਈ ਸ਼ਰਮ ਤੇ ਧਰਮ ਦਾ ਡੇਰਾ ਹੀ ਦੂਰ ਚਲਾ ਗਿਆ, ਨਾ ਲੋਕਾਂ 'ਚ ਸ਼ਰਮ ਰਹੀ ਨਾ ਧਰਮ ਰਿਹਾ। ਸ਼ਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ, ਕੂੜ ਫਿਰੈ ਪ੍ਰਧਾਨ ਵੇ ਲਾਲੋ। ਕਲਯੁਗ ਰਥ ਅਗਨ ਕਾ ਕੂੜ ਅਗੈ ਰਥ ਵਾਹੋ, ਸ਼ਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ। ਕੀ ਕਰੀਏ? ਮਹਾਰਾਜ ਪਾਤਸ਼ਾਹ ਹੁਕਮ ਕਰਦੇ ਆ, ਕੂੜ ਬੋਲ ਮੁਰਦਾਰ ਖਾਏ, ਅਵਰੀ ਨੂੰ ਸਮਝਾਵਣ ਜਾਏ। ਕੂੜ ਬੋਲ ਮੁਰਦਾਰ ਖਾਏ, ਜੇ ਆ ਮੁਰਦਾ ਖਾ ਲਿਆ ਜਾਂ ਝੂਠ ਬੋਲ ਲਿਆ।
ਹੁਣ ਇਹ ਤੇਰੇ ਤੇ ਨਿਰਭਰ ਹੈ ਵੀ ਤੂੰ ਦਿਨ 'ਚ ਕਿੰਨੇ ਮੁਰਦੇ ਖਾਣਾ ਹੈ। ਉਹ ਵੀ ਜਿਉਂਦੇ ਜਾਗਦਿਆਂ ਦੇ ਸਰੀਰ, ਕਿਉਂਕਿ ਉਹ ਤਾਂ ਮੁਰਦੇ ਬਣ ਕੇ ਆਏ ਨਾ। ਉਹਨਾਂ ਨੂੰ ਤਾਂ ਪਤਾ ਹੀ ਨਹੀਂ ਵੀ ਭਾਈ ਇਹ ਵਸਤੂ ਜੋ ਮੈਂ ਲੈ ਰਿਹਾ ਇਹਦੀ ਅਸਲੀਅਤ ਕੀ ਹੈ। ਉਹ ਤਾਂ ਵੇਚਣ ਵਾਲੇ ਨੂੰ ਪਤਾ ਨਾ, ਉਹ ਤਾਂ ਮੁਰਦਾ ਹੀ ਬਣ ਕੇ ਆਇਆ ਤੇ ਝੂਠ ਬੋਲ ਕੇ ਜਿਹਨੇ ਖਾਧਾ ਉਹ ਮੁਰਦਾਰ ਖਾਏ। ਸਾਹਿਬ ਕਹਿਣ ਲੱਗੇ ਭਾਈ ਸ਼ਰਮ ਤੇ ਧਰਮ ਦੇ ਨਾਂ ਦੇ ਜਿਹੜੇ ਦੋ ਡੇਰੇ ਨੇ ਇਹ ਦੂਰ ਚਲੇ ਗਏ ਕਲਯੁਗ ਵਿੱਚ। ਕਾਦੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜਾ ਸ਼ੈਤਾਨ ਬਿਲਾਲੋ। ਆ ਵਰਤਾਰਾ ਕਲਯੁਗ ਦਾ ਵਰਤ ਰਿਹਾ। ਨਾਨਕ ਕੂੜ ਰਹਿਆ ਭਰਪੂਰ। ਪਾਤਸ਼ਾਹ ਕਹਿੰਦੇ ਕੂੜ ਝੂਠ ਸਾਰੇ ਜਗਤ ਵਿੱਚ ਭਰਪੂਰ ਹੋ ਰਿਹਾ। ਮੱਥਾ ਟਿੱਕਾ ਤੇੜ ਧੋਤੀ ਕਖਾਏ। ਮੱਥੇ ਤੇ ਟਿੱਕੇ ਵੀ ਲਾਏ ਨੇ। ਤੇੜ 5 ਥਾਵਾਂ ਤੋਂ ਧੋਤੀ ਕਖਾਈ ਦਾ ਮਤਲਬ ਹੁੰਦਾ ਟੰਗ ਕੇ ਬੱਧੀ ਹੋਈ ਹੈ। ਕਹਿੰਦੇ ਇਸ ਪ੍ਰਕਾਰ ਦੀ ਕਿਰਿਆ ਸਰੀਰ ਤੇ ਧਾਰਮਿਕ ਚਿੰਨ੍ਹਾਂ ਦੀ ਕੀਤੀ ਹੋਈ ਹੈ। ਹੱਥ ਛੁਰੇ ਜਗਤ ਕਾ ਸਾਏ। ਹੱਥ 'ਚ ਕਲਮ ਫੜੀ ਹੋਈ ਆ, ਛੁਰੀ ਦਾ ਕੰਮ ਕਰ ਰਹੀ ਆ ਤੇ ਕਸਾਈ ਬਣ ਕੇ ਜਗਤ ਦੇ ਲੋਕਾਂ ਨੂੰ ਕੋਹ ਰਿਹਾ। ਜੇ ਕਲਮ ਫੜੀ ਆ ਤਾਂ ਇਸ ਕਲਮ ਨਾਲ ਭਲਾ ਕਰ। ਕਲਮ ਦਾ ਮੂੰਹ ਵੀ ਕਾਲਾ ਕਰਦਾ ਤੇ ਕੰਮ ਵੀ ਕਾਲੇ ਕਰਦਾ। ਕਲਮ ਵੀ ਤੈਨੂੰ ਚੀਂਕ ਚੀਂਕ ਕੇ ਕਹਿੰਦੀ ਆ ਉਹ ਮੇਰਾ ਮੂੰਹ ਕਾਲਾ ਕਰਨ ਵਾਲਿਆ, ਘਟੋ ਘੱਟ ਜੇ ਮੇਰਾ ਮੂੰਹ ਕਾਲਾ ਕੀਤਾ ਤੇ ਕਿਸੇ ਦਾ ਭਲਾ ਤਾਂ ਕਰ। ਉਹ ਕਲਮ ਵੀ ਚੀਂਕ ਚੀਂਕ ਕੇ ਕਹਿੰਦੀ ਹੈ। ਹਾਂਜੀ। ਨੀਲ ਵਸਤਰ ਪਹਿਰ ਹੋਵਹਿ ਪਰਵਾਨ। ਨੀਲੇ ਰੰਗ ਦੇ ਵਸਤਰ ਪਾ ਕੇ ਤੇ ਫਿਰ ਉਹਨਾਂ ਤੁਰਕਾਂ ਦੀ ਕਚਹਿਰੀ 'ਚ ਪੁਕਾਰ ਕਰਨ ਲਈ ਪਹੁੰਚ ਕੇ ਪ੍ਰਵਾਨ ਹੁੰਦੇ ਹੋ। ਉਹਨਾਂ ਵੇਲਿਆਂ ਵਿੱਚ ਇੱਕ ਮਰਿਆਦਾ ਸੀ ਵੀ ਜਦੋਂ ਇਹਨਾਂ ਨੇ ਪੁਕਾਰ ਵਗੈਰਾ ਕਰਨੀ ਹੁੰਦੀ ਸੀ ਤੇ ਇੱਕ ਨੀਲੇ ਜਿਹੇ ਰੰਗ ਦਾ ਨਾ ਇਹਨਾਂ ਨੇ ਬਾਹਰ ਇੱਕ ਬੋਸਤਨੀ ਜੀ ਰੱਖੀ ਹੁੰਦੀ, ਉਹ ਪਾ ਕੇ ਜਾਣੀ ਪੈਂਦੀ ਸੀ ਅੰਦਰ। ਤੇ ਉੱਥੋਂ ਪਤਾ ਲੱਗਦਾ ਸੀ ਵੀ ਇਹ ਬੰਦੇ ਪੁਕਾਰ ਕਰਨ ਆਏ ਨੇ, ਆਪਣੀ ਗੱਲ ਕਹਿਣ ਆਏ ਨੇ, ਫਰਿਆਦ ਕਰਨ ਆਏ। ਉਹ ਨਿਸ਼ਾਨੀ ਸੀ। ਤੇ ਉਹ ਪੁਰਾਣੀ ਜੀ ਬੋਸਤਨੀ ਪਈ ਹੋਈ ਪਤਾ ਨਹੀਂ ਕਿੰਨੇ ਕੁ ਚਿਰਾਂ ਦੀ, ਉਹਦੇ 'ਚ ਜੂਆਂ ਪੈ ਜਾਂਦੀਆਂ, ਮੈਲ ਪੈ ਜਾਂਦੀ ਪਈ ਪਈ ਨੂੰ। ਸਰਕਾਰੀ ਜੋ ਹੁੰਦੀ ਸੀ। ਜਗਤ ਗੁਰੂ ਗੁਰੂ ਅਮਰਦਾਸ ਸਾਹਿਬ ਦੇ ਖਿਲਾਫ ਵੀ ਗਏ ਸਨ ਪੁਕਾਰ ਕਰਨ ਲਈ। ਗੋਂਦੇ ਖੱਤਰੀ ਦੇ ਜਿਹੜੇ ਅੱਗੇ ਪਰਿਵਾਰ ਵਾਲੇ ਸਨ ਵੀ ਇਹ ਨਗਰ ਸਾਡਾ। ਗੁਰਬਾਣੀ 'ਚ ਸਾਹਿਬ ਨੇ ਬਚਨ ਲਿਖੇ ਨੇ ਵੀ ਜਦੋਂ ਜਾ ਕੇ ਉਹਨਾਂ ਪੁਕਾਰ ਕੀਤੀ ਤੇ ਉਹ ਨੀਲਾ ਕਾਲਾ ਖਿਦੋਲੜਾ ਏਦਾਂ ਦਾ ਇੱਕ ਕੱਪੜਾ ਜਿਹਾ ਉਹਨਾਂ ਨੇ ਸਰੀਰ ਤੇ ਉਹ ਬੋਸਤਨੀ ਜੀ ਪਾਈ। ਉਹ ਮੁਸ਼ਕ ਮਾਰਦਾ ਹੁੰਦਾ ਉਹਦੇ ਵਿੱਚੋਂ। ਉਹ ਨੇੜੇ ਨਹੀਂ ਬੈਠਣ, ਪਰੇ ਹਟ, ਪਿੱਛੇ ਪਾਸੇ ਹਟ ਜਾ। ਉਹ ਇੱਕ ਚਿੰਨ੍ਹ ਹੁੰਦਾ ਸੀ ਬਕਾਇਦਾ, ਕਿਉਂਕਿ ਰਾਜਿਆਂ ਦੀਆਂ ਜਦੋਂ ਕਚਹਿਰੀਆਂ ਲੱਗਦੀਆਂ ਬਾਦਸ਼ਾਹਾਂ ਦੀਆਂ, ਉਹਦੇ 'ਚ ਭਾਂਤ ਭਾਂਤ ਦੇ ਲੋਕ ਆਉਂਦੇ। ਜਿਹੜਾ ਬੰਦਾ ਪੁਕਾਰ ਕਰਨ ਆਇਆ ਉਹਦੀ ਪਹਿਚਾਣ ਲਈ ਉਹ ਬਣਾਇਆ। ਅੱਜ ਕੱਲ੍ਹ ਵੀ ਜੱਜਾਂ ਦੇ ਕੋਲ ਕੋਰਟਾਂ ਦੇ ਵਿੱਚ ਜਦੋਂ ਵਕੀਲ ਵਗੈਰਾ ਜਾਂਦੇ ਆ ਲੋਕ, ਵਕੀਲਾਂ ਦੀ ਇੱਕ ਵੱਖਰੀ ਵਰਦੀ ਹੁੰਦੀ ਆ ਨਿਰਧਾਰਿਤ ਕੀਤੀ ਹੋਈ, ਤੋਂ ਪਛਾਣ ਹੁੰਦਾ ਵੀ ਇਹ ਬੰਦਾ ਵਕੀਲ ਹੈ, ਗੱਲ ਕਰਨ ਆਇਆ। ਕਿਉਂਕਿ ਉੱਥੇ ਤਾਂ ਹੋਰ ਵੀ ਸੈਂਕੜੇ ਬੰਦੇ ਪਹੁੰਚੇ ਹੁੰਦੇ। ਪਾਤਸ਼ਾਹ ਕਹਿੰਦੇ ਵੀ ਨੀਲੇ ਰੰਗ ਦੇ ਕੱਪੜੇ ਪਾ ਕੇ ਤੁਸੀਂ ਪੁਕਾਰ ਕਰਨ ਲਈ ਤੁਰਕਾਂ ਦੀ ਦਰਗਾਹ ਵਿੱਚ ਪ੍ਰਵਾਨ ਹੁੰਦੇ ਹੋ। ਉਦਾਂ ਇਸ ਕੱਪੜੇ ਨੂੰ, ਇਸ ਰੰਗ ਨੂੰ ਤੁਸੀਂ ਮਾੜਾ ਕਹਿੰਦੇ ਹੋ ਵੀ ਇਹ ਮੁਸਲਮਾਨੀ ਰੰਗ ਹੈ। ਪਰ ਜਦੋਂ ਪਾ ਲਿਆ ਫਿਰ ਉਦੋਂ ਤੁਹਾਨੂੰ ਨਾ ਲੱਗਾ ਵੀ ਇਹ ਰੰਗ ਗਲਤ ਆ, ਅਸੀਂ ਨਾ ਪਾਈਏ। ਹਾਂਜੀ। ਮਲੇਛ ਧਾਨ ਲੈ ਪੂਜ ਹੈ ਪੁਰਾਣ। ਔਰ ਮਲੇਛਾਂ ਕੋਲੋਂ ਧਾਨ ਲੈ ਕੇ ਫਿਰ ਉਹਦੇ ਨਾਲ ਪੁਰਾਣ ਪੂਜਦੇ ਹੋ, ਪੁਰਾਣਾਂ ਦੀ ਪੂਜਾ ਕਰਦੇ ਹੋ। ਹਾਂਜੀ। ਅਭਾਖਿਆ ਕਾ ਕੁੱਠਾ ਬੱਕਰਾ ਖਾਣਾ। ਇਹਨੇ ਨਿਗਰ ਗਏ ਹੋ ਕਿ ਜਿਹੜਾ ਅਭਾਖਿਆ ਦਾ ਮਤਲਬ ਹੁੰਦਾ ਹੈ ਵੀ ਕਲਮਾ ਪੜ੍ਹ ਕੇ ਮੁਸਲਮਾਨੀ ਤਰੀਕੇ ਨਾਲ ਹਲਾਲ ਕੀਤਾ ਹੋਇਆ ਬੱਕਰਾ, ਉਹਦਾ ਮਾਸ ਖਾਣ ਵੇਲੇ ਵੀ ਤੁਸੀਂ ਗੁਰੇਜ਼ ਨਹੀਂ ਕਰਦੇ। ਜਿਹਨੂੰ ਜ਼ਿਬਹ ਕਰਕੇ ਉਹਨਾਂ ਦੇ ਨਾਲ ਬਹਿ ਕੇ, ਜਿਨ੍ਹਾਂ ਕੋਲ ਨੌਕਰੀਆਂ ਕਰਦੇ ਹੋ, ਉਹਨਾਂ ਦੇ ਤਰੀਕੇ ਦਾ ਬਣਿਆ ਹੋਇਆ ਮਾਸ ਉਹਨਾਂ ਦੇ ਨਾਲ ਬਹਿ ਕੇ ਜਦੋਂ ਖਾਂਦੇ ਹੋ, ਉਦੋਂ ਤੁਹਾਡਾ ਧਰਮ ਕਿੱਥੇ ਜਾਂਦਾ?
ਜਿਹੜਾ ਬੜੇ ਕੋਝੇ ਢੰਗ ਨਾਲ ਬਣਾਇਆ ਹੁੰਦਾ। ਚੌਕੇ ਉੱਪਰ ਕਿਸੈ ਨਾ ਜਾਣਾ। ਜਦੋਂ ਚੌਂਕਾ ਬਣਾਉਂਦੇ ਹੋ ਪੋਚਾ ਲਿਪ ਲੁਪ ਕੇ, ਉਦੋਂ ਕਹਿੰਦੇ ਹੋ ਖਬਰਦਾਰ ਮਤਾ ਕਿਤੇ ਸਾਡੇ ਚੌਂਕੇ ਤੇ ਕੋਈ ਆ ਜਾਵੇ, ਸਾਡਾ ਚੌਂਕਾ ਪਿੱਟਿਆ ਜਾਏਗਾ। ਉਦੋਂ ਤੁਹਾਡੀ ਪਵਿੱਤਰਤਾ ਕਿੱਥੇ ਜਾਂਦੀ? ਜਦੋਂ ਭਾਖਿਆਂ ਦਾ ਕੁੱਠਾ ਕੋਇਆ ਬੱਕਰਾ ਖਾਂਦੇ ਹੋ, ਉਦੋਂ ਤੁਹਾਨੂੰ ਚੌਂਕੇ ਦਾ ਖਿਆਲ ਨਹੀਂ ਆਉਂਦਾ। ਹਾਂਜੀ, ਦੇ ਕੈ ਚੌਕਾ ਕੱਢੇ ਕਾਰ। ਉਹਦਾ ਤਾਂ ਚੌਂਕਾ ਬਣਾ ਕੇ ਨਾ ਲੀਪੀ ਪੋਚੀ ਕਰਕੇ ਪਹਿਲਾਂ ਥੋੜੀ ਜਿਹੀ ਜ਼ਮੀਨ ਪੁੱਤਰ ਦੇ ਉੱਤੋਂ 4-5 ਇੰਚ, ਫਿਰ ਉੱਤੇ ਪੋਚਾ ਲਾਉਂਦੇ ਆ, ਫਿਰ ਉੱਤੇ ਲਕੀਰ ਖਿੱਚ ਦਿੰਦੇ ਆਲੇ ਦੁਆਲੇ ਵੀ ਇਹ ਜਗ੍ਹਾ ਹੁਣ ਸਾਡੀ ਪਵਿੱਤਰ ਹੋ ਗਈ ਹੈ। ਹਾਂਜੀ, ਉੱਪਰ ਆਏ ਬੈਠੇ ਕੂੜਿਆਰ। ਉਹ ਚੌਂਕਾ ਤਾਂ ਉਦੋਂ ਹੀ ਪਿੱਟ ਗਿਆ ਜਦੋਂ ਤੁਹਾਡੇ ਵਰਗੇ ਝੂਠੇ ਬੰਦੇ ਉਹਦੇ ਤੇ ਆ ਕੇ ਬਹਿ ਗਏ, ਤੇ ਫਿਰ ਉਹ ਆਪੇ ਹੀ ਭਿੱਟ ਗਿਆ। ਪਾਤਸ਼ਾਹ ਦੇ ਬਚਨ, ਕੁਬੁੱਧ ਡੁੰਮਣੀ ਕੁਦਇਆ ਕਸਾਇਣ, ਪਰ ਨਿੰਦਾ ਘਟ ਚੂਹੜੀ, ਮੁੱਠੀ ਕ੍ਰੋਧ ਚੰਡਾਲ, ਕਾਰੀ ਕੱਢੀ ਕਿਆ ਥੀਆ, ਜਾਂ ਚਾਰੇ ਬੈਠੀਆਂ ਨਾਲ। ਇਹ ਲਕੀਰਾਂ ਖਿੱਚੀਆਂ ਕੀ ਕਰਦੀਆਂ ਹਨ? ਮਤ ਪਿਟੈ ਵੇ ਮਤ ਪਿਟੈ। ਦੂਰੋਂ ਦੂਰੋਂ ਇਸ਼ਾਰੇ ਕਰਕੇ ਲੋਕਾਂ ਨੂੰ ਖਬਰਦਾਰ ਕਿਤੇ ਇੱਧਰ ਆ ਗਏ, ਮਤਾ ਕਿਤੇ ਸਾਡਾ ਇਹ ਪਿੱਟ ਜਾਵੇ ਚੌਂਕਾ। ਇਹੋ ਅੰਨ ਸਾਡਾ ਫਿਟੈ। ਮਤਾ ਤੁਹਾਡਾ ਪਰਛਾਵਾਂ ਸ਼ੂਦਰੋ ਸਾਡੇ ਕਿਤੇ ਇੱਧਰ ਪੈ ਜਾਏ ਤੇ ਸਾਡਾ ਅੰਨ ਫਿੱਟਿਆ ਜਾਵੇ, ਅਪਵਿੱਤਰ ਹੋ ਜਾਵੇ। ਏਦਾਂ ਲੋਕਾਂ 'ਚ ਪਖੰਡ ਵਿਖਾਉਂਦੇ ਹੋ, ਉਦੋਂ ਕਿੱਥੇ ਜਾਂਦਾ ਪਖੰਡ ਜਦੋਂ ਭਾਖਿਆਂ ਦਾ ਕੁੱਠਾ ਬੱਕਰਾ ਖਾਂਦੇ ਹੋ। ਤਨ ਫਿਟੈ ਫੇੜ ਕਰੇ ਨ। ਕਹਿੰਦੇ ਭਾਈ ਜਿਹੜੇ ਤੁਹਾਡੇ ਤਨ ਫਿੱਟੇ ਹੋਏ ਨੇ, ਅਪਵਿੱਤਰ ਹੋ ਰਹੇ ਨੇ ਭੈੜਿਆਂ ਕੁਕਰਮਾਂ ਕਰਕੇ। ਮਨ ਝੂਠੈ ਚੁੱਲੇ ਭਰੇ ਨ। ਉਹ ਮਨ ਦੇ ਝੂਠਿਓ ਜ਼ੁਬਾਨ ਦੇ ਵਿੱਚ ਚੁੱਲੀਆਂ ਭਰ ਕੇ ਕਹਿੰਦੇ ਹੋ ਅਸੀਂ ਮੂੰਹ ਸੁੱਚੇ ਕਰ ਲਏ ਹਨ। ਕਹੋ ਨਾਨਕ ਸੱਚ ਧਿਆਏ। ਇਹ ਤਾਂ ਨਹੀਂ ਗੱਲ ਬਣਨੀ। ਪਾਤਸ਼ਾਹ ਕਹਿੰਦੇ ਸੱਚ ਧਿਆਓ, ਸੱਚ ਸੱਚ ਨੂੰ ਅਰਾਧੋ, ਸੱਚ ਨੂੰ ਧਿਆਵੋ। ਸੁਚ ਹੋਵੇ ਤਾਂ ਸੱਚ ਪਾਏ। ਤੁਹਾਡਾ ਹਿਰਦਾ ਸ਼ੁੱਧ ਹੋਵੇਗਾ ਤਾਂ ਤੁਹਾਨੂੰ ਸੱਚ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਹੋਣੀ ਹੈ। ਜੇ ਹਿਰਦਾ ਹੀ ਸ਼ੁੱਧ ਨਹੀਂ ਤੇ ਭਾਈ ਪਰਮੇਸ਼ਰ ਦਾ ਸਰੂਪ ਪ੍ਰਾਪਤ ਨਹੀਂ ਹੋ ਸਕਦਾ। ਔੜੇ ਚਿਤੈ ਅੰਦਰ ਸਭ ਕੋ, ਵੇਖ ਨਦਰੇ ਹੇਠ ਚਲਾਇਂਦਾ। ਪਰਮੇਸ਼ਰ ਨੇ ਸਭ ਨੂੰ ਆਪਣੀ ਨਿਗਾਹ ਥੱਲੇ ਰੱਖਿਆ ਹੋਇਆ, ਉਹ ਸਾਰਿਆਂ ਨੂੰ ਆਪਣੀ ਦ੍ਰਿਸ਼ਟੀ ਥੱਲੇ ਰੱਖ ਕੇ ਚਲਾਉਂਦਾ। ਆਪੇ ਦੇ ਵਡਿਆਈਆਂ। ਆਪ ਹੀ ਵਡਿਆਈਆਂ ਦਿੰਦਾ ਜਿਸ ਨੂੰ ਵਡਿਆਈ ਦੇਣੀ ਹੋਵੇ। ਆਪੇ ਹੀ ਕਰਮ ਕਰਾਇਂਦਾ। ਆਪ ਹੀ ਜੀਵਾਂ ਕੋਲੋਂ ਸਾਰੇ ਕਰਮ ਕਰਾਉਂਦਾ ਹੈ। ਅਕਾਲ ਪੁਰਖ ਕਰਤਾ ਤੇ ਕਰਾਉਣ ਵਾਲਾ ਹੈ। ਵੱਡੋ ਵੱਡਾ ਵਡ ਮੇਦਨੇ। ਉਹ ਵੱਡਿਆਂ ਤੋਂ ਵੱਡਾ ਸਾਰੀ ਧਰਤੀ ਦਾ ਮਾਲਕ ਹੈ। ਸਿਰੇ ਸਿਰ ਧੰਦਾ ਲਾਇਂਦਾ। ਸੰਸਾਰ ਦੇ ਸਮਸਤ ਜੀਵਾਂ ਨੂੰ ਸਿਰਜ ਕੇ ਸਭ ਨੂੰ ਵੱਖੋ ਵੱਖਰਿਆਂ ਧੰਦਿਆਂ ਵਿੱਚ ਲਾਇਆ ਹੋਇਆ। ਨਦਰ ਉਪਠੇ ਜੇ ਕਰੇ। ਯਾਦ ਰੱਖਿਓ ਗੁਰਮਖੋ ਪਿਆਰਿਓ, ਜੇ ਕਿਤੇ ਪ੍ਰਮਾਤਮਾ ਨੇ ਆਪਣੀ ਨਦਰ ਤੁਹਾਡੇ ਤੋਂ ਉਪੱਠੀ ਦਾ ਮਤਲਬ ਚੁੱਕ ਲਈ, ਉਹ ਵੇਖ ਰਿਹਾ ਤਾਂ ਤੂੰ ਚੱਲ ਰਿਹਾ। ਜੇ ਉਹ ਵਾਹਿਗੁਰੂ ਪਰਮੇਸ਼ਰ ਆਪਣੀ ਨਦਰ ਕਹੇ ਨਿਗਾਹ ਫੇਰ ਲਵੇ, ਸੁਲਤਾਨਾ ਕਾਹੋ ਕਰਾਇਦਾ। ਵੱਡੇ ਵੱਡੇ ਸੁਲਤਾਨ ਘਾਹ ਖਾਣ ਨੂੰ ਕੀ ਕੰਗਲੇ ਬਣ ਕੇ ਭਿਖਾਰੀ ਬਣ ਕੇ ਸੰਸਾਰ ਦੇ ਵਿੱਚ ਫਿਰਦੇ ਹਨ। ਦਾਰ ਮੰਗਨ ਭਿਖ ਨਾ ਪਾਏਂਦਾ। ਇਹੋ ਜੀ ਹਾਲਤ ਹੋ ਜਾਂਦੀ ਆ ਉਹਨਾਂ ਦੀ ਕਿ ਉਹ ਭਿਖਾਰੀ ਬਣ ਕੇ ਵੱਡੇ ਵੱਡੇ ਸੁਲਤਾਨ ਭੀਖ ਮੰਗਦੇ ਆ, ਪਰ ਮੰਗਿਆਂ ਕੋਈ ਭੀਖ ਵੀ ਨਹੀਂ ਦਿੰਦਾ ਉਹਨਾਂ ਨੂੰ। ਕਿਸੇ ਵੀ ਦਰ ਤੇ ਜਾਣ ਮੰਗਣ ਭੀਖ, ਪਰ ਮੰਗਿਆਂ ਵੀ ਕੋਈ ਭੀਖ ਨਹੀਂ ਪਾਉਂਦਾ। ਇਹੋ ਜੀ ਦਸ਼ਾ ਉਹਨਾਂ ਦੀ ਹੋ ਜਾਂਦੀ ਹੈ ਜਿਨ੍ਹਾਂ ਤੋਂ ਵਾਹਿਗੁਰੂ ਪਰਮੇਸ਼ਰ ਆਪਣੀ ਨਜ਼ਰ ਫੇਰ ਲਵੇ ਤੇ ਜਿਨ੍ਹਾਂ ਤੇ ਨਜ਼ਰ ਕਰ ਦੇਵੇ ਉਹਨਾਂ ਕੰਗਲਿਆਂ ਨੂੰ ਰਾਜਿਆਂ ਤੇ ਬਾਦਸ਼ਾਹ ਬਣਾਉਂਦਿਆਂ ਦੇਰੀ ਨਹੀਂ ਲਾਉਂਦਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ